ਸਮਝਿਆ ਜਾਵੇ। ਇਸ ਫਿਲਮ ਦਾ ਮਕਸਦ ਕਿਸੇ ਵਿਅਕਤੀ ਜਾਂ ਕਿਸੇ ਸੰਸਥਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਇਹ ਫਿਲਮ ਇੱਕ ਚੰਗੀ ਸਿਹਤ ਤੇ ਨੇਕ ਮਕਸਦ ਲਈ ਬਣਾਈ ਗਈ ਹੈ। ਇਹ ਫਿਲਮ ਉਹਨਾਂ ਸਾਰੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਦਿੱਤੀਆਂ। कई पक्षों तो सताई अते वंडी हुई लुकाई नूं सच्ची मुहब्बत दे बनजारे गुरु नानक साहिब जी ने अपने कलावे विच ही नहीं लिया, बल्कि उन्होंने सच का पैगाम भी बख्शिश किया। इस कुर्बानी नूं लुकाई दे हिरदे तक पहुँचाउण वास्ते उन्होंने 4 उदासियां कीतियां अते इस दे दरम्यान थां थां ते संगतां अते धर्मशाला कायम कीतियां, जिथे बैठ आपसी वितकरे मिटा असीं एक पिता एकस के हम बारक तू मेरा गुरहाई दी लड़ी विच परोए जाइए। पर जिन्हां नूं सच चंगा नहीं सी लगदा वो सच दे दुश्मन बन के इस दे नाल टकराउण लग पए। पर सिख अपनियां जानां तली ते रख के सच दे पहरेदार होके निपड़े। लमेरा समा हंडाया गुरु गोबिंद सिंह सच्चे पातशाह जी ने गुरु ग्रंथ साहिब जी नूं गुरगद्दी दे के इहनूं सदीवी गुरु दे तख्त ते सुशोभित कर दिता। सिख कौम नूं एक अकाल दी फौज बना के सदीवी काल लई इस जुल्म दे बराबर डटण लई तैयार कर दिता। उहदे विचों बाबा बंदा सिंह बहादुर सिख कौम दा एक पहला जरनैल सी, जिसने गुरबाणी विच दिते सच नूं अते गुरु साहिब दे पैगाम नूं इन्नी दलेरी ते निडरता नाल प्रचारिया ते जुल्म कमाउण वाले ज़ालिमां नूं नत्थां पाईयां, गरीबां नूं उभारिया, सच दा सुनेहा दिता। आप अत्यंत दुख झल के भी उन्हां ज़ालिमां नूं सबक सिखाए जिहड़े मानवता दी रत पी के सच दी गल तो कोहां दूर जा चुके होए सन। ते सिखां नूं घर-बार छड्डणे पए, मंजे बिस्तरे छड्डणे पए, परिवारक सुख त्यागणे पए, जंगली डेरे ला लए।
ਕਈ ਥਾਵਾਂ ਦੇ ਉੱਤੇ ਭੁੱਖੇ ਰਹਿ ਕੇ ਜਦੋਂ ਕਦੇ ਲੰਗਰ ਮਿਲਣਾ ਇਕੱਠੇ ਹੋ ਕੇ ਛਕ ਲੈਣਾ। ਇੱਥੇ ਹੀ ਬਸ ਨਹੀਂ, ਇੱਕ ਇੱਕ ਦਿਨ ਲੰਮੇ ਲੰਮੇ ਦੁੱਖਾਂ ਦਾ ਸੁਨੇਹਾ ਲੈ ਕੇ ਆਉਂਦਾ ਸੀ। ਕਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਕਦੇ ਮਾਵਾਂ ਨੂੰ ਆਪਣੇ ਪੁੱਤ ਝੋਲੀਆਂ ਵਿੱਚ ਟੋਟੇ ਕਰਵਾ ਕੇ ਪਵਾਉਣੇ ਪਏ। ਸੱਚ ਦੀਆਂ ਪਾਂਦੀਆਂ ਨੇ ਰੱਬ ਦੇ ਸ਼ੁਕਰ ਦੀਆਂ ਅਰਦਾਸਾਂ ਕੀਤੀਆਂ। ਇਸ ਲੰਮੇ ਦੁੱਖੜੇ ਨੇ ਸਾਨੂੰ ਇੰਨਾ ਕੁ ਤਿੱਖਾ ਕਰ ਦਿੱਤਾ ਕਿ ਅਸੀਂ 12 ਮਿਸਲਾਂ ਦੇ ਰੂਪ ਵਿੱਚ ਪ੍ਰਗਟ ਹੋਏ। ਪਰ ਵਕਤ ਆਇਆ, ਉਹਨਾਂ 12 ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਇੱਕ ਖਾਲਸਾ ਰਾਜ ਪੈਦਾ ਕਰ ਲਿਆ। ਇਸ ਰਾਜ ਨੂੰ ਵੀ ਅਸੀਂ ਲੰਮਾ ਸਮਾਂ ਨਾ ਹੰਢਾ ਸਕੇ। ਡੋਗਰਿਆਂ ਦੀ ਗਦਾਰੀ ਨੇ ਇਸ ਰਾਜ ਨੂੰ ਵੀ ਵਿਨਾਸ਼ ਕਰ ਦਿੱਤਾ। ਪਰ ਇੱਕ ਦੁਖਦਾਈ ਪੰਨਾ ਹੋਰ ਹੈ, ਉਸ ਵੇਲੇ ਮਹੰਤ ਗੁਰਦੁਆਰਿਆਂ ਵਿੱਚ ਕਾਬਜ ਹੋ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਮਿਲੀਆਂ ਹੋਈਆਂ ਜਗੀਰਾਂ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਸੀ। ਨਿੱਤ ਦਿਹਾੜੇ ਜਿੱਥੇ ਲੋਕ ਪਾਪ ਧੋਣ ਆਉਂਦੇ ਨੇ, ਉਸ ਘਰ ਵਿੱਚ ਪਾਪ ਹੋਣ ਲੱਗ ਪਏ। ਇਹਨਾਂ ਪਾਪੀ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਸਾਕੇ ਹੰਢਾ ਕੇ ਲਿਆ ਹੀ ਸੀ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤੇ ਅਸੀਂ ਹਾਲੇ ਸੁੱਖ ਦਾ ਸਾਹ ਲੈਣ ਹੀ ਲੱਗੇ ਸਾਂ ਕਿ 1947 ਵਰਤ ਗਿਆ, ਜਿਸ ਵਿੱਚ ਸਾਡੇ ਜਾਨੀ ਮਾਲੀ ਹੋਰ ਨੁਕਸਾਨ ਹੋਏ। ਪਰ ਸਭ ਤੋਂ ਦੁਖਦਾਈ, ਸਾਡੇ ਗੁਰਧਾਮ ਸਾਡੇ ਤੋਂ ਵਿਛੜ ਗਏ। ਉਸ ਵਿਛੋੜੇ ਦੇ ਦੁੱਖ ਦਰਦ ਨੂੰ ਮਿਟਾਉਣ ਵਾਸਤੇ ਅਸੀਂ ਫਿਰ ਦੁਬਾਰੇ ਗੁਰਧਾਮ ਉਸਾਰੇ, ਜਿੱਥੋਂ ਗੁਰਬਾਣੀ ਦਾ ਸੁਨੇਹਾ ਲੈਣਾ ਸੀ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਅਹਿਸਾਸ ਕਰਨਾ ਸੀ, ਉਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਸਬਕ ਲੈਣਾ ਸੀ। ਪਰ ਅੱਜ ਕੀ ਗੱਲ ਬੜੇ ਉਦਾਸ ਲੱਗ ਰਹੇ ਹੋ? ਲੱਗਦਾ ਅੱਜ ਫਿਰ ਕੋਈ ਮਾੜੀ ਖਬਰ ਪੜ੍ਹ ਲਈ ਅਖਬਾਰ 'ਚ। ਹੇ ਵਾਹਿਗੁਰੂ, ਕੀ ਬਣੂਗਾ ਸਾਡੀ ਕੌਮ ਦਾ? ਬਣਨਾ ਕੀ ਆ? ਕੋਈ ਪ੍ਰਧਾਨ ਬਣੇਗਾ, ਕੋਈ ਜਥੇਦਾਰ ਤੇ ਕੋਈ ਲੀਡਰ, ਪਰ ਕੌਮ ਦਾ ਸੱਚਾ ਸੁੱਚਾ ਸੇਵਾਦਾਰ ਨਹੀਂ ਕਿਸੇ ਨੇ ਬਣਨਾ। ਵੈਸੇ ਦੇਖਿਆ ਜਾਵੇ ਨਾ, ਸਾਰਾ ਖੇਲ ਪੈਸੇ ਦਾ ਹੈ। ਪੈਸਾ ਨਹੀਂ, ਦਸਵੰਧ। ਸਿੱਖ ਦਸਾਂ ਨੌਹਾਂ ਦੀ ਕਿਰਤ ਕਰਕੇ ਉਹ ਦਸਵੰਧ ਗੁਰੂ ਦੀ ਗੋਲਕ ਵਿੱਚ ਪਾਉਂਦਾ ਹੈ ਤੇ ਲੋਕ ਉਸ ਮਾਇਆ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ। ਵੈਸੇ ਹਰ ਪਾਸੇ ਇੱਕੋ ਹੀ ਰੌਲਾ ਹੈ, ਭਾਵੇਂ ਦੇਸ਼ ਤੇ ਭਾਵੇਂ ਪਰਦੇਸ। ਜੰਗਾਂ ਯੁੱਧਾਂ ਵਿੱਚ ਲੜਨ ਵਾਲੀ ਇਹ ਕੌਮ ਅੱਜ ਪ੍ਰਧਾਨਗੀ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀ ਫਿਰਦੀ ਹੈ। ਮੈਨੂੰ ਤਾਂ ਲੱਗਦਾ ਹੈ ਮੇਰੇ ਗੁਰੂ ਦੇ ਪੰਥ ਨੂੰ ਨਜ਼ਰ ਹੀ ਲੱਗ ਗਈ ਹੈ। ਚਲੋ ਛੱਡੋ, ਤੁਸੀਂ ਚਾਹ ਪੀਓ ਤੇ ਹਾਂ, ਮੈਂ ਨਾਸ਼ਤਾ ਤਿਆਰ ਕਰਤਾ, ਤੁਸੀਂ ਵੀ ਆ ਕੇ ਕਰ ਲਓ। ਗੁਰਮਨ ਨੇ ਕਾਲਜ ਜਾਣਾ, ਉਹਨੂੰ ਦੇਰ ਹੋ ਰਹੀ ਹੈ। सोई हों पाई रहाओ सब तेरी तू सबनी ध्याया जिसनू कृपा करे तिन नाम रतन पाया गुरमुख लादा मन मुख गवाया। ਤੁਸੀਂ ਫਿਕਰ ਨਾ ਕਰੋ ਸੈਕਟਰੀ ਸਾਹਿਬ, ਅਖਬਾਰ 'ਚ ਇਸ਼ਤਿਹਾਰ ਦਿੱਤਾ ਹੋਇਆ। ਹਾਂ, ਕੋਈ ਗੱਲ ਨਹੀਂ।
ਚੰਗਾ ਜੀ ਚੰਗਾ। ਪ੍ਰਧਾਨ ਸਾਹਿਬ, ਉਹ ਦਰਸ਼ਨ, ਇਹ ਅੰਦਰ ਪਾਠ ਕੌਣ ਕਰ ਰਿਹਾ? ਸੁਖਚੈਨ ਜੀ। ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੁਖਚੈਨ, ਉਹ ਵਿਹੜੇ ਵਾਲਿਆਂ ਦਾ? ਹਾਂਜੀ ਹਾਂਜੀ, ਅੱਜ ਇਹਨੇ ਪਿਛਲੇ ਸਾਲ ਅੰਮ੍ਰਿਤ ਛਕਿਆ ਸੀ। ਸੁਖਚੈਨ, ਹੁਣ ਇਹ ਲੋਕ ਸਾਡੇ ਸਿਰ ਤੇ ਚੜ ਕੇ ਬੈਠਣਗੇ। ਅਸੀਂ ਇਹਨਾਂ ਨੂੰ ਭਾਂਡਿਆਂ ਨੂੰ ਹੱਥ ਨਹੀਂ ਲਾਉਣ ਦਿੰਦੇ ਤੇ ਇਹ ਤਾਬਿਆਂ ਚੜ ਕੇ ਬੈਠਾ। ਅਖਬਾਰ 'ਚ ਇਸ਼ਤਿਹਾਰ ਤਾਂ ਦਿੱਤਾ ਹੀ ਹੋਇਆ, ਭਾਈਆਂ ਦੀ ਲੈਣ ਲੱਗ ਜਾਣੀ ਆ। ਫੇਰ ਵੇਖਦਾ ਕਿੱਦਾਂ ਤਾਬਿਆਂ ਚੜ ਕੇ ਬੈਠਦਾ। ਓਏ ਕਹਿ ਦੀ ਉਹਨੂੰ ਪਾਠ ਪੂਠ ਆਪਣੇ ਘਰ ਜਾ ਕੇ ਕਰਿਆ ਕਰੇ। ਜਾਤ ਦੀ ਕੋੜ ਕਿਰਲੀ ਸ਼ਤੀਰੀਆਂ ਨੂੰ ਜੱਫੇ। ਠੀਕ ਹੈ ਜੀ। ਹੇ ਵਾਹਿਗੁਰੂ। ਪੁੱਤਰ, ਇੰਟਰਨਸ਼ਿਪ ਲਈ ਕਿਹੜੀ ਕੰਪਨੀ ਹੈ ਡਿਸਾਈਡ ਹੋ ਗਿਆ? ਪਾਪਾ ਹਜੇ ਕਾਲਜ ਵੱਲੋਂ ਡਿਸਾਈਡ ਨਹੀਂ ਹੋਇਆ। ਪੁੱਤਰ, ਪਰਮਾਤਮਾ ਦਾ ਸ਼ੁਕਰਾਨਾ ਨਹੀਂ ਸੀ ਕਰਨਾ? ਪਾਪਾ ਤੁਹਾਨੂੰ ਪਤਾ ਮੈਂ ਕਾਲਜ ਲਈ ਪਹਿਲੇ ਲੇਟ ਹੋ ਰਿਹਾ। ਵੈਸੇ ਵੀ ਮੰਮੀ ਸਾਰਾ ਖਾਣਾ ਪਾਠ ਕਰਦੇ ਹੋਏ ਤਾਂ ਬਣਾਉਂਦੇ ਨੇ। ਪਰ ਬੇਟਾ ਰਿਜਕ ਮੂੰਹ 'ਚ ਪਾਉਣ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ। ਹਾਂ, ਸੌਰੀ ਮਮ, ਸੌਰੀ ਪਾਪਾ। हे ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ, ਮਿਹਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪਾ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਬੋਰ ਨਹੀਂ ਹੁੰਦੇ? ਤੁਹਾਨੂੰ ਕਿਤੇ ਨਾ ਘੁੰਮ ਕੇ ਆਉਣਾ ਚਾਹੀਦਾ ਹੈ। ਮੇਰੀ ਮੰਨੋ ਤਾਂ ਕਿਤੇ ਘੁੰਮ ਕੇ ਆਓ। ਤੁਹਾਨੂੰ ਨਾ ਕਿਤੇ ਆਊਟਿੰਗ ਲਈ ਜਾਣਾ ਚਾਹੀਦਾ ਹੈ। ਹਰ ਪਾਸੇ ਪੈਸੇ ਦਾ ਹੀ ਰੌਲਾ ਹੈ। ਪੈਸਾ ਨਹੀਂ, ਦਸਵੰਧ। ਕੀ ਬਣੂਗਾ ਸਾਡੀ ਕੌਮ ਦਾ? ਤੇ ਲੋਕ ਉਸ ਮਾਇਆ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ। ਕੋਈ ਪ੍ਰਧਾਨ ਬਣੇਗਾ, ਕੋਈ ਜਥੇਦਾਰ ਤੇ ਕੋਈ ਲੀਡਰ। ਪ੍ਰਧਾਨਗੀ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀ ਫਿਰਦੀ ਹੈ। ਪਾਪਾ ਤੁਸੀਂ ਕਿੱਥੇ ਜਾ ਰਹੇ ਹੋ? ਪੁੱਤਰ, ਤੂੰ ਹੀ ਤਾਂ ਕਿਹਾ ਸੀ ਆਊਟਿੰਗ ਕਰ ਰਿਹਾ। ਬਸ ਮੈਂ ਕਿਹਾ ਆਊਟਿੰਗ ਕਰ ਰਿਹਾ ਉਹਨੇ। ਹਾਂ, ਆਊਟਿੰਗ ਤੇ? ਇਹ ਅਚਾਨਕ ਤੁਹਾਡਾ ਪ੍ਰੋਗਰਾਮ ਕਿਵੇਂ ਬਣ ਗਿਆ? ਤੁਸੀਂ ਤਾਂ ਕੋਈ ਗੱਲ ਵੀ ਨਹੀਂ ਕੀਤੀ। ਕੁਲਜੀਤ ਕੁਰੇ, ਮੈਂ ਕਿਹਾ ਦੁਨੀਆਦਾਰੀ ਵੇਖ ਆਵਾਂ। ਅਜੇ ਦੁਨੀਆਦਾਰੀ ਵੇਖਣੀ ਬਾਕੀ ਹੈ। ਇੰਨੇ ਸਾਲ ਆਰਮੀ 'ਚ ਰਹਿ ਕੇ ਤੁਸੀਂ ਦੁਨੀਆਦਾਰੀ ਨਹੀਂ ਵੇਖੀ ਤਾਂ ਹੋਰ ਕੀ ਵੇਖਿਆ? ਅਸਲੀ ਦੁਨੀਆ ਵੇਖਣ ਚੱਲਿਆ। ਚੰਗਾ, ਮੈਂ ਚੱਲਦਾ, ਫੋਨ ਕਰਾਂਗਾ। ਕਮਾਲ ਹੈ, ਕਹਿੰਦੇ ਫੋਨ ਕਰਾਂਗਾ, ਫੋਨ ਤਾਂ ਇੱਥੇ ਹੀ ਛੱਡ ਗਏ।
ਦੇਖੋ ਜੀ, ਅਸੀਂ ਤੁਹਾਨੂੰ 3500 ਰੁਪਏ ਤਨਖਾਹ ਦੇ ਸਕਦੇ ਹਾਂ। ਇਹ ਸਾਡੀ ਕਮੇਟੀ ਦੀ ਤੈਅ ਕੀਤੀ ਹੋਈ ਤਨਖਾਹ ਹੈ। ਪ੍ਰਧਾਨ ਜੀ 3500 ਰੁਪਏ ਚ ਅੱਜ ਕੱਲ੍ਹ ਕੀ ਬਣਦਾ? ਤੁਸੀਂ ਆਪ ਸੋਚੋ। ਨਿਰੀ ਬੱਚਤ ਹੈ, ਰਹਿਣਾ ਖਾਣਾ ਪੀਣਾ ਸਭ ਫ੍ਰੀ। ਹੋਰ ਤੁਹਾਨੂੰ ਕੀ ਚਾਹੀਦਾ? ਬੱਚਿਆਂ ਦੇ ਖਰਚੇ, ਪੜ੍ਹਾਈ ਲਿਖਾਈ ਦੇ ਖਰਚੇ, ਬਿਮਾਰੀਆਂ ਠਮਾਰੀਆਂ 100 ਗੱਲਾਂ ਹੁੰਦੀਆਂ। ਬਹੁਤ ਵੱਡਾ ਗੁਰਦੁਆਰਾ ਆਪਣਾ, ਬਹੁਤ ਪ੍ਰੋਗਰਾਮ ਪੈਂਦੇ ਨੇ ਇੱਥੇ। ਜੰਮਣਾ ਮਰਨਾ ਪਰਨਾ, ਉਹਨਾਂ ਚੋਂ ਅੱਧ ਤੁਹਾਡਾ। ਅੱਧ ਕਿਉਂ? ਓ ਭਾਈ ਸਾਹਿਬ, ਇਹ ਸਾਡੀ ਕਮੇਟੀ ਦੀ ਰੀਤ ਹੈ। ਪ੍ਰਧਾਨ ਜੀ 3500 ਰੁਪਏ ਤਨਖਾਹ, ਪ੍ਰੋਗਰਾਮਾਂ ਚ ਵੱਧ, ਫਿਰ ਪਿੱਛੇ ਕੀ ਬਚਿਆ? ਓ ਭਾਈ ਸਾਹਿਬ, ਤੁਸੀਂ ਕਰਨਾ ਵੀ ਕੀ ਹੁੰਦਾ ਹੈ? ਸਵੇਰੇ ਸ਼ਾਮ ਪਾਠ, ਬਸ। ਪ੍ਰਧਾਨ ਜੀ ਪਾਠ ਕਰਨਾ ਸੌਖਾ ਨਹੀਂ ਤੁਸੀਂ ਨਾ ਕਰ ਲੈਂਦੇ? ਮਿੰਤਾਂ ਕਰ ਕਰਕੇ 3500 ਰੁਪਏ ਚ ਭਈਆ ਨਹੀਂ ਮਿਲਦਾ ਪੱਠੇ ਪਾਉਣ ਨੂੰ, ਤੇ ਇਹਨਾਂ ਲੋਕਾਂ ਨੂੰ ਗ੍ਰੰਥੀ ਚਾਹੀਦਾ। ਫਿਰ ਕਹਿੰਦੇ ਸਾਡੀ ਕੌਮ ਦਾ ਪ੍ਰਚਾਰ ਨਹੀਂ ਹੁੰਦਾ। ਕੀ ਹੋਇਆ ਬਾਬਾ ਜੀ? ਹੋਣਾ ਕੀ ਹੈ ਭਾਈ ਸਾਹਿਬ, ਇਹਨਾਂ ਲੋਕਾਂ ਨੂੰ ਪ੍ਰਚਾਰਕ ਦੀ ਨਹੀਂ ਚੌਂਕੀਦਾਰ ਦੀ ਲੋੜ ਹੈ, ਜਿਹੜਾ 4 ਵਜੇ ਉੱਠ ਕੇ ਗੁਰੂ ਘਰ ਦਾ ਦਰਵਾਜ਼ਾ ਖੋਲ ਦੇ ਤੇ 10 ਵਜੇ ਬੰਦ ਕਰ ਦੇ। ਪ੍ਰਚਾਰਕ ਦੀ ਯੋਗਤਾ ਨਾਲ ਕੋਈ ਲੈਣਾ ਦੇਣਾ ਨਹੀਂ। ਵੈਸੇ ਵੀ ਜਿਸ ਕੌਮ ਦੇ ਜਥੇਦਾਰ 3 ਜਮਾਤਾਂ ਪੜ੍ਹੇ ਹੋਣ, ਉਸ ਕੌਮ ਦੇ ਪ੍ਰਬੰਧਕਾਂ ਤੋਂ ਵੀ ਕੀ ਉਮੀਦ ਕੀਤੀ ਜਾ ਸਕਦੀ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੇਖ ਲੈ, ਗ੍ਰੰਥੀਆਂ ਦੇ ਦਿਮਾਗ ਵੀ ਖਰਾਬ ਹੋਏ ਪਏ ਨੇ। ਲੈ, ਆਪਾਂ ਨੂੰ ਕੀ? ਆਪਾਂ ਨੂੰ ਤਾਂ ਆਪਣੀ ਤਨਖਾਹ ਮਿਲੀ ਜਾਂਦੀ ਹੈ। ਸਤਿ ਸ੍ਰੀ ਅਕਾਲ ਪ੍ਰਧਾਨ ਜੀ। ਸਤਿ ਸ੍ਰੀ ਅਕਾਲ ਜੀ। ਆਓ ਜੀ, ਬੈਠੋ। ਦੱਸੋ ਕੀ ਸੇਵਾ ਕਰ ਸਕਦੇ ਹਾਂ ਤੁਹਾਡੀ? ਪ੍ਰਧਾਨ ਜੀ, ਮੈਂ ਬਹੁਤ ਗਰੀਬ ਆਦਮੀ ਹਾਂ। ਕੁੜੀ ਦਾ ਵਿਆਹ ਕਰਨਾ ਸੀ, ਕੁਝ ਮਦਦ ਹੋ ਜਾਂਦੀ। ਕਿੱਥੋਂ ਆਏ ਹੋ ਬਜ਼ੁਰਗੋ? ਮੈਂ ਬੱਸੀ ਪਿੰਡ ਤੋਂ ਆਇਆ ਜੀ। ਬੱਸੀ ਤੋਂ? ਜੀ। ਪਰ ਪਿਛਲੇ ਸਾਲ ਤਾਂ ਹਾਲੇ ਸ਼ੀਸ਼ਿਆਂ ਵਾਲੇ ਬਾਬਾ ਜੀ ਨੇ ਉੱਥੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਸੀ। ਕਿਹੜੇ ਬਾਬੇ ਤੇ ਕਿਹੜੀਆਂ ਗਰੀਬ ਕੁੜੀਆਂ ਦੇ ਵਿਆਹ? ਇਹ ਪਹਿਲਾ ਸਟੇਜਾਂ ਤੇ ਖੜੇ ਹੋ ਕੇ ਕਹਿੰਦੇ ਨੇ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ, ਪਰ ਗੁਰੂ ਸਾਹਿਬ ਤੇ ਕਹਿੰਦੇ ਨੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਫਿਰ ਕੀ ਹੋ, ਕੁੜੀਆਂ ਇਹਨਾਂ ਦੀਆਂ ਭੈਣਾਂ ਨਹੀਂ ਲੱਗਦੀਆਂ? ਉਹਨਾਂ ਨੂੰ ਭੈਣ ਕਹਿੰਦੇ, ਇਹਨਾਂ ਨੂੰ ਸ਼ਰਮ ਆਉਂਦੀ ਹੈ? ਪਰ ਬਜ਼ੁਰਗੋ, ਜੇ ਇਹ ਸਟੇਜਾਂ ਤੇ ਖੜ ਕੇ ਬੋਲਣਗੇ ਨਹੀਂ ਤਾਂ ਫਿਰ ਲੋਕੀ ਪੈਸੇ ਕਿਵੇਂ ਦੇਣਗੇ? ਜੇ ਭੈਣ ਹੀ ਕਹਿਤਾ ਫਿਰ ਕਿਹੜੇ ਮੂੰਹੋਂ ਮੰਗਣਗੇ? ਇਹ ਪਹਿਲਾ ਸਟੇਜਾਂ ਤੇ ਖਲੋ ਕੇ ਰੌਲਾ ਪਾ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਨੇ, ਫਿਰ ਅਖਬਾਰਾਂ 'ਚ ਉਹਨਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ, ਤੇ ਫਿਰ ਉਹਨਾਂ ਗਰੀਬ ਕੁੜੀਆਂ ਦੇ ਵਿਆਹਾਂ ਦੀਆਂ ਫਿਲਮਾਂ ਬਣਾ ਕੇ ਬਾਹਰਲੇ ਮੁਲਕਾਂ 'ਚ ਵਿਖਾਉਂਦੇ ਨੇ ਤੇ ਕਹਿੰਦੇ ਨੇ ਅਸੀਂ ਅਨਾਥ ਕੁੜੀਆਂ ਦੇ ਵਿਆਹ ਕਰ ਰਹੇ ਹਾਂ। ਅਨਾਥ? ਓਏ, ਜਿਉਂਦੇ ਜਾਗਦੇ ਮਾਂ ਪਿਓ ਨੂੰ ਮਾਰ ਕੇ ਕੁੜੀਆਂ ਨੂੰ ਅਨਾਥ ਕਰ ਦਿੰਦੇ ਨੇ, ਤੇ ਫਿਰ ਡਾਲਰ ਕਮਾ ਕੇ ਬੋਝੇ ਭਰ ਲੈਂਦੇ ਨੇ, ਤੇ ਅਸੀਂ ਫਿਰ ਖਾਲੀ ਦੇ ਖਾਲੀ। ਕੋਈ ਨਾ, ਤੁਸੀਂ ਐਂ ਕਰੋ, ਇੱਕ ਦਰਖਾਸਤ ਲਿਖ ਕੇ ਦੇ ਜਾਓ, ਕਮੇਟੀ ਬਹਿ ਕੇ ਉੱਤੇ ਵਿਚਾਰ ਕਰ ਲੇਗੀ। ਜਿੰਨੀ ਕੀ ਇਮਦਾਦ ਹੋ ਸਕਦੀ ਹੈ ਜ਼ਰੂਰ ਕਰਾਂਗੇ। ਸਾਡੀਆਂ ਅਨਪੜ੍ਹ ਲੋਕਾਂ ਦੀਆਂ ਕਾਹਦੀਆਂ ਦਰਖਾਸਤਾਂ? ਸਾਡੀ ਦਰਖਾਸਤ ਤੇ ਤੁਸੀਂ ਹੋ ਪ੍ਰਧਾਨ ਜੀ, ਕੋਈ ਹੀਲਾ ਕਰਨਾ। ਜ਼ਰੂਰ।
ਚੰਗਾ ਜੀ। ਨਾਲੇ ਪ੍ਰਧਾਨ ਜੀ, ਗੁਰੂ ਸਾਹਿਬ ਨੇ ਤੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ। ਹਾਂ, ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ। ਜੇ ਸਾਰਾ ਕੁਝ ਅਸੀਂ ਤੁਹਾਨੂੰ ਹੀ ਦੇ ਦਿੱਤਾ, ਫਿਰ ਸਾਨੂੰ ਕਿਹਨੇ ਪੁੱਛਣਾ? ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ, ਇੱਥੇ ਦਫ਼ਤਰ ਕਿੱਥੇ ਆ? ਦਫ਼ਤਰ ਉਹ ਸਾਹਮਣੇ ਆ ਜੀ। ਜੀ। ਜੀ ਪ੍ਰਧਾਨ ਸਾਹਿਬ। ਆਓ ਭਾਈ ਜੀ, ਆਓ ਆਓ ਜੀ, ਬੈਠੋ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਆਹ ਦੇਖ ਲਓ ਇਹਨਾਂ ਨੂੰ, ਇਹ ਤਾਂ ਬਾਹਰ ਦੇ ਬੰਦਿਆਂ ਦੀਆਂ ਗੱਲਾਂ ਕਰਦੇ ਨੇ। ਉਹ ਤਾਂ ਲੰਗਰ ਵੀ ਛਕਦੇ ਨੇ ਕੁਰਸੀਆਂ ਮੇਜ਼ਾਂ ਤੇ ਬਹਿ ਕੇ, ਤੇ ਪਾਠ ਸੁਣਦੇ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਕੁਰਸੀਆਂ ਢਾਹ ਕੇ ਬਰਾਬਰ ਬਹਿ ਕੇ। ਪ੍ਰਧਾਨ ਜੀ, ਇਹ ਤਾਂ ਬਜ਼ੁਰਗਾਂ ਤੇ ਬਿਮਾਰਾਂ ਦੀਆਂ ਮਜਬੂਰੀਆਂ ਨੇ। ਓਏ ਇਹਨਾਂ ਮਜਬੂਰੀਆਂ ਨੇ ਤਾਂ ਕੌਮ ਨੂੰ ਦੁਫਾੜ ਕੀਤਾ ਪਿਆ। ਕੋਈ ਕਹਿੰਦਾ ਮੈਂ ਉੱਪਰ ਨਹੀਂ ਬਹਿਣਾ, ਕੋਈ ਕਹਿੰਦਾ ਮੈਂ ਥੱਲੇ ਨਹੀਂ ਬਹਿਣਾ। ਇਸ ਵਿੱਚ ਲੜਨ ਵਾਲੀ ਤਾਂ ਕੋਈ ਗੱਲ ਨਹੀਂ। ਬੈਠ ਕੇ ਮਸਲਾ ਹੱਲ ਕੀਤਾ ਜਾ ਸਕਦਾ ਹੈ। ਫਿਰ ਤੁਸੀਂ ਦੱਸ ਦਿਓ ਕੋਈ ਹੱਲ। ਮਹਾਰਾਜ ਦੇ ਬਰਾਬਰ ਨਹੀਂ ਨਾ ਬਹਿਣਾ, ਪਰ ਮਹਾਰਾਜ ਕੋਲ ਬਹਿਣਾ ਤਾਂ ਜ਼ਰੂਰੀ ਹੈ। ਜਿਹੜੇ ਲੋਕ ਜ਼ਮੀਨ ਤੇ ਨਹੀਂ ਬੈਠ ਸਕਦੇ, ਉਹਨਾਂ ਨੂੰ ਹਾਲ ਦੀ ਪਿਛਲੀ ਕੰਧ ਦੇ ਨਾਲ ਜਗ੍ਹਾ ਨੀਵੀਂ ਕਰ ਦਿੱਤੀ ਜਾਵੇ, ਤਾਂ ਜੋ ਲੱਤਾਂ ਲਮਕਾ ਕੇ ਬਹਿ ਜਾਣ। ਦੋਵੇਂ ਧਿਰਾਂ ਖੁਸ਼। ਨਾਲੇ ਨੀਵੇਂ ਹੋਇਆ ਹੀ ਇਸ ਦਰ ਤੋਂ ਕੁਝ ਮਿਲਦਾ ਹੈ ਨਾ ਪ੍ਰਧਾਨ ਜੀ। ਸੁਖਚੈਨ ਸਿਆ, ਹਾਂਜੀ। ਅੱਜ ਪਾਠ ਨਾ ਕਰੀ। ਕਿਉਂ ਜੀ? ਪ੍ਰਧਾਨ ਸਾਹਿਬ ਨੇ ਮਨਾ ਕੀਤਾ। ਨਾਲੇ ਗੁਰਦੁਆਰੇ ਅੱਜ ਤੋਂ ਨਵਾਂ ਭਾਈ ਰੱਖ ਲਿਆ, ਹੁਣ ਲੋੜ ਨਹੀਂ। ਚੰਗਾ ਜੀ, ਫਿਰ ਸੰਭਾਲੋ ਜਾ ਕੇ ਸੇਵਾ। ਸੇਵਾਦਾਰ ਕੋਲੋਂ 9 ਨੰਬਰ ਕਮਰੇ ਦੀ ਚਾਬੀ ਲੈ ਲਓ। ਜੀ ਸਰ। ਵਾਹਿਗੁਰੂ। ਹੈ ਸੱਚੇ ਪਾਤਸ਼ਾਹ, ਸੁਖ ਰੱਖੀ। ਮਾਲਕਾ ਮਿਹਰ ਕਰੀ। ਸੋ ਦਾ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ। ਚਿਤ ਬੈ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ। ਪ੍ਰਧਾਨ ਜੀ ਕਰਿਓ ਬਈ। ਆਜੋ ਸਰਪੰਚ ਸਾਹਿਬ, ਆਜੋ ਲੰਘ ਆਓ। ਹਾਰੇ ਗਾਵਨ ਤੁਧ ਬੈਠੋ। ਕੀ ਹਾਲ ਹੈ? ਬਈ ਮੇਰਾ ਹਾਲ ਤਾਂ ਬਿਲਕੁਲ ਠੀਕ ਹੈ। ਸਤਿ ਸ਼੍ਰੀ ਅਕਾਲ। ਜਿਉਂਦੀ ਰਹਤੀ ਹੈ। ਤੁਸੀਂ ਹਟੇ ਨਹੀਂ ਫਿਰ? ਭਾਈ ਜੀ ਨੇ ਮੈਂ ਰੱਖ ਲਿਆ। ਰੱਖਣਾ ਹੀ ਸੀ, ਉਹਦੇ ਨਗਰੇ ਨਹੀਂ ਸੀ ਮਾਣ। ਕਹਿੰਦਾ ਮੇਰਾ ਗੁਜ਼ਾਰਾ ਨਹੀਂ ਹੁੰਦਾ। ਆਖੇ ਬੱਚੇ ਪੜ੍ਹਦੇ ਨੇ। ਮੈਂ ਕਿਹਾ ਕੋਈ ਪੁੱਛੇ ਇਹਨੂੰ। ਬਈ ਅਸੀਂ ਕਿਹਾ ਸੀ ਅੱਡੀਆਂ ਚੁੱਕ ਚੁੱਕ ਕੇ ਫਾਹਾ ਲਾਉਣ ਨੂੰ। ਅੰਗਰੇਜ਼ੀ ਸਕੂਲ ਚ ਪਾਈ ਫਿਰਦਾ ਜਵਾਕਾਂ ਨੂੰ। ਨਾ ਤੇਰੇ ਜਵਾਕਾਂ ਦਾ ਅਸੀਂ ਠੇਕਾ ਲਿਆ। ਮੈਂ ਤਾਂ ਹੱਥ ਜੋੜਤੇ, ਮੈਂ ਕਿਹਾ ਭਾਈ ਜੀ ਤੁਸੀਂ ਚੱਲੋ। ਸੁਖਦੇਵ ਸਿਆ, ਬਈ ਗੱਲ ਤਾਂ ਉਹ ਠੀਕ ਹੀ ਕਹਿੰਦਾ ਸੀ। ਦੇਖ, ਹਰ ਬੰਦਾ ਆਪਣੇ ਜਵਾਕਾਂ ਦੇ ਭਵਿੱਖ ਬਾਰੇ ਸੋਚਦਾ। ਜੇ ਉਹਨੇ ਸੋਚ ਲਿਆ, ਕੀ ਮਾੜਾ ਕਹਿਤਾ ਯਾਰ। ਨਾ ਹੁਣ ਤੁਸੀਂ ਕੀ ਕਹਿੰਦੇ ਹੋ? ਕਮੇਟੀ ਉਹਨੂੰ ਪੈਸੇ ਪੱਲਿਓਂ ਦੇਵੇ। ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਪੱਲਿਓਂ ਦੋ। ਦੇਖੋ, ਸੰਗਤ ਦਾ ਪੈਸਾ ਹੈ। ਜੇ ਕਿਸੇ ਚੱਜ ਦੀ ਜਗ੍ਹਾ ਤੇ ਲੱਗ ਜੇ, ਚੰਗੀ ਉਹ ਗੱਲ ਹੈ। ਨਾਲੇ ਭਾਈ ਜੀ ਦਾ ਮੁੰਡਾ ਕਿੰਨਾ ਬੀਬਾ ਹੈ, ਅੰਮ੍ਰਿਤਧਾਰੀ ਹੈ। ਪਿੰਡ ਦੇ ਕਿੰਨੇ ਜਵਾਕਾਂ ਨੂੰ ਉਹਨੇ ਦਸਤਾਰ ਬੰਨਣ ਲਾਤਾ। ਹੋਰ ਕਿੰਨੇ ਚੰਗੇ ਕੰਮ ਕਰਦਾ ਉਹ। ਐ ਕਿਵੇਂ ਅਸੀਂ ਰੋੜ ਦੀਏ ਪੈਸੇ, ਦੱਸੋ। ਸ਼ਬੀਲਾ ਤੇ ਬਿਸ਼ੱਕ ਰੋੜ ਦਿਓ।
ਇੱਕ ਦਿਨ ਦੀ ਛਬੀਲ ਤੇ ਲੱਖਾਂ ਰੁਪਇਆ ਲਾ ਦਿੰਦੇ ਹੋ। ਇਹ ਨਹੀਂ ਬਈ ਉਹਨਾਂ ਪੈਸਿਆਂ ਦੇ 4 ਵਾਟਰ ਕੂਲਰ ਖਰੀਦ ਕੇ ਕਿਸੇ ਲੋੜਵੰਦ ਥਾਂ ਤੇ ਲਾ ਦੋ, ਕਿਸੇ ਸਕੂਲ 'ਚ, ਕਾਲਜ 'ਚ, ਹਸਪਤਾਲ 'ਚ। ਨਾਲੇ ਤਾਂ ਸਾਰਾ ਸਾਲ ਲੋਕ ਪਾਣੀ ਪੀਣ, ਨਾਲੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨ। ਨਾ ਹੁਣ ਤੁਹਾਡੇ ਕਹਿਣ ਦਾ ਕੀ ਮਤਲਬ ਹੈ? ਅਸੀਂ ਹੁਣ ਗੁਰਪੁਰਬ ਮਨਾਣੇ ਵੀ ਬੰਦ ਕਰ ਦਈਏ? ਗੱਲਾਂ ਕਰਦੇ ਆ, ਲੱਖ ਲੱਖ ਰੁਪਈਆ ਲੋਕੀ ਲਾ ਦਿੰਦੇ ਗੁਰਦੁਆਰਿਆਂ ਤੇ। ਨਾ 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 ਪ੍ਰਧਾਨ ਜੀ, ਗੁਰਦੁਆਰਿਆਂ ਤੇ ਨਹੀਂ, ਪੱਥਰਾਂ ਤੇ। ਅਸੀਂ ਕਾਰ ਸੇਵਾ ਦੇ ਨਾਂ ਤੇ ਆਪਣੀ ਕੌਮ ਦਾ ਸਾਰਾ ਇਤਿਹਾਸ ਪੱਥਰਾਂ ਥੱਲੇ ਦੱਬਤਾ। ਜੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਬਈ ਭਲਿਓ ਲੋਕੋ, ਜੇ ਪੱਥਰ ਲਾਉਣੇ ਹੀ ਐ ਥੋੜੇ ਜਿਹਾ ਪਰੇ ਕਰਕੇ ਲਾ ਲਓ। ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤਾਂ ਨਾ ਢਾਓ, ਇਹਨਾਂ ਨੂੰ ਤਾਂ ਪੱਥਰਾਂ ਥੱਲੇ ਨਾ ਦੱਬੋ। ਨਾ ਤੁਹਾਡੇ ਕਹਿਣ ਦਾ ਮਤਲਬ ਅਸੀਂ ਹੁਣ ਪੁੰਨ ਦਾ ਕੰਮ ਵੀ ਨਾ ਕਰੀਏ? ਸੁਖਦੇਵ ਸਿਆਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਨਾਲੋਂ ਤੋੜ ਦੇਣਾ, ਆਪਣਾ ਇਤਿਹਾਸ ਪੱਥਰਾਂ ਥੱਲੇ ਦੱਬ ਦੇਣਾ, ਇਹ ਕਿੱਥੋਂ ਪੁੰਨ ਦਾ ਕੰਮ ਹੋ ਗਿਆ ਯਾਰ? ਆ ਦੂਜੇ ਪਾਸੇ ਗੋਰਿਆਂ ਨੂੰ ਦੇਖ ਲੈ, ਓਏ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਉਹਨਾਂ ਨੇ ਸ਼ੀਸ਼ਾ 'ਚ ਸਾਂਭ ਕੇ ਰੱਖ ਲੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ। ਓਏ ਆਪਾਂ ਕੀ ਦਿਖਾਵਾਂਗੇ? ਆ ਹੋਰ ਤਾਂ ਹੋਰ, ਆ ਹੁਣ ਆਪਣੀ ਅੱਖਾਂ ਸਾਹਮਣੇ 84 ਬੀਤਿਆ, ਸਾਤੋਂ ਉਹ ਨਹੀਂ ਸਾਂਭਿਆ ਗਿਆ, ਉਹ ਵੀ ਅਸੀਂ ਪੱਥਰਾਂ ਦੀ ਚੱਕਾ ਚੌਂ ਥੱਲੇ ਦੱਬਤਾ। ਉਹ ਜਿੱਦਾਂ ਤੁਸੀਂ ਸੋਚੀ ਜਾਂਦੇ ਹੋ ਨਾ, ਐਦਾਂ ਕੋਈ ਨਹੀਂ ਸੋਚਦਾ। ਇਹ ਗੱਲ ਤੇਰੀ ਵਾਕਈ ਠੀਕ ਹੈ। ਐਦਾਂ ਕੌਣ ਸੋਚਦਾ? ਜੇ ਕੋਈ ਸੋਚਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਸੁਣਦਾ ਕੋਈ ਨਹੀਂ। ਸੁਖਦੇਵ ਸਿੰਘ ਆ ਜਵਾਨ ਆਪਣਾ ਕਾਕਾ ਹੈ, ਕਾਲਜ ਜਾਂਦਾ ਪੜਨ ਵਾਸਤੇ। ਕਾਲਜੋਂ ਆਇਆ ਹੋਣਾ ਇਸ ਵੇਲੇ। ਜਵਾਨ ਜਹਾਨ ਮੁੰਡਾ ਹੈ, ਐਸ਼ ਨਹੀਂ ਕਰੂਗਾ ਤੇ ਹੋਰ ਕੀ ਕਰੂਗਾ? ਫਿਰ ਵੱਡਾ ਹੋ ਕੇ ਇਹਨੇ ਸਾਡੀ ਉਹ ਤਾਂ ਥਾਂ ਸਾਂਭਣੀ ਹੈ, ਪ੍ਰਧਾਨ ਬਣ ਕੇ। ਵਾਹ ਓਏ ਸੁਖਦੇਵ ਸਿੰਘ, ਸਦਕੇ ਜਾਵਾਂ ਤੇਰੀ ਪ੍ਰਧਾਨਗੀ ਦੇ। ਨਹੀਂ ਰੀਸਾਂ ਤੇਰੀਆਂ, ਕਈ ਪੀੜ੍ਹੀਆਂ ਦੀ ਸੋਚੀ ਬੈਠਾ। ਨਾ ਸੋਚਾਂ ਫਿਰ? ਵਾਹਿਗੁਰੂ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਏ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਗੁਰੂ ਦੁਆਰੇ ਹੋਏ ਕੇ, ਗੁਰੂ ਦੁਆਰੇ ਹੋਏ ਕੇ, ਸਾਹਿਬ ਸੰਭਾਲੇ ਹੋ, ਸਾਹਿਬ ਸੰਭਾਲੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। साहिब सदा हजूर है, पर में के छोड़ कट के अंतर जोत धरे हो। अंतर
सतगुर का भाना चित रखो, संजम सच्चा ने हो। नानक ऐथे सुख है अंदर रखसी, आगे हर स्यों केल करे हो, हर स्यों केल करे हो, हर स्यों केल करे हो। सतगुरु फुरमाया कारी एह करे हो, सतगुरु फुरमाया कारी एह करे, सतगुरु फुरमाया कारी एह करे, सतगुरु फुरमाया कारी एह करे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਪੁੱਤਰ ਜੀ ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਬਾਬਾ ਜੀ। ਕਦੇ ਤੁਹਾਨੂੰ ਗੁਰੂ ਘਰ ਨਹੀਂ ਵੇਖਿਆ। ਕਿਹੜਾ ਗੁਰੂ ਘਰ? ਇਹ ਤਾਂ ਉੱਚੀ ਜਾਤ ਵਾਲਿਆਂ ਦਾ ਘਰ ਹੈ। ਗੁਰੂ ਘਰ ਲਈ ਇਹੋ ਜਿਹੇ ਲਫ਼ਜ਼ ਨਹੀਂ ਵਰਤੀਦੇ ਹੁੰਦੇ ਪੁੱਤਰ। ਮੈਨੂੰ ਪਤਾ ਹੈ ਬਾਬਾ ਜੀ, ਇਹ ਲਫ਼ਜ਼ ਸਹੀ ਨਹੀਂ, ਪਰ ਕੁਝ ਕੁ ਲੋਕਾਂ ਨੇ ਸਿੱਖੀ ਨੂੰ ਬਦਨਾਮ ਕਰ ਦਿੱਤਾ ਹੈ ਤੇ ਗੁਰੂ ਘਰਾਂ ਨੂੰ ਚੌਧਰ ਦੇ ਟਿਕਾਣੇ ਬਣਾ ਲਿਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਹਨਾਂ ਨੂੰ ਚੌਧਰ ਦੇ ਟਿਕਾਣੇ ਨਹੀਂ ਨਾ ਬਣਾਇਆ। ਗੁਰੂ ਪਾਤਸ਼ਾਹ ਨੇ ਤਾਂ ਜਾਤਾਂ ਪਾਤਾਂ ਤੋਂ ਉੱਚੇ ਉੱਠ ਕੇ 15 ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਨੂੰ ਇਨਸਾਨੀਅਤ ਦਾ ਉਪਦੇਸ਼ ਦਿੱਤਾ ਹੈ। ਬਾਬਾ ਜੀ, ਪਰ ਇਸ ਉਪਦੇਸ਼ ਨੂੰ ਮੰਨਦਾ ਕੌਣ ਹੈ? ਇਹਨਾਂ ਲੋਕਾਂ ਨੇ ਤਾਂ ਗੁਰਦੁਆਰੇ ਵੀ ਆਪੋ ਆਪਣੇ ਬਣਾ ਲਏ। ਕੋਈ ਜੱਟਾਂ ਦਾ ਗੁਰਦੁਆਰਾ, ਕੋਈ ਭਾਪਿਆਂ ਦਾ ਗੁਰਦੁਆਰਾ, ਕੋਈ ਰਵਿਦਾਸੀਆਂ ਦਾ ਗੁਰਦੁਆਰਾ ਤੇ ਕੋਈ ਸੈਣੀਆਂ ਦਾ ਗੁਰਦੁਆਰਾ। ਇੱਥੇ ਸਿੱਖ ਦਾ ਗੁਰਦੁਆਰਾ ਕਿੱਥੇ ਹੈ? ਇਹ ਸਿੱਖੀ ਤੋਂ ਮੂੰਹ ਮੋੜਨ ਦਾ ਸਮਾਂ ਨਹੀਂ, ਬਲਕਿ ਸਿੱਖੀ ਨੂੰ ਸੰਭਾਲਣ ਦਾ ਸਮਾਂ ਹੈ। ਇਕੱਠੇ ਹੋਵੋ ਤੇ ਪੰਥ ਦੀ ਅਗਵਾਈ ਕਰੋ। ਕਿਹੜਾ ਪੰਥ? ਬਾਬਾ ਜੀ, ਕਿਸ ਪੰਥ ਦੀਆਂ ਗੱਲਾਂ ਕਰਦੇ ਹੋ ਜਿਹੜਾ ਡੇਰਿਆਂ, ਟਕਸਾਲਾਂ, ਮਿਸ਼ਨਰੀਆਂ, ਅਖੰਡ ਕੀਰਤਨੀਆਂ, ਨਾਮਧਾਰੀਆਂ, ਨਾਨਕਸਰੀਆਂ ਤੇ ਨੀਲਧਾਰੀਆਂ ਦੇ ਵਿੱਚ ਵੰਡਿਆ ਗਿਆ? ਹੁਣ ਤਾਂ ਕਲਗੀਧਰ ਦਸ਼ਮੇਸ਼ ਪਿਤਾ ਚਾਹਣ ਤਾਂ ਹੀ ਉਹ ਪੰਥ ਸੰਭਲ ਸਕਦਾ ਹੈ। ਤੁਸੀਂ ਵੀ ਤਾਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ ਤੇ ਉਹ ਸਾਡੀ ਜ਼ਿੰਮੇਵਾਰੀ ਲਾਗੇ ਨੇ ਇਸ ਪੰਥ ਨੂੰ ਸੰਭਾਲਣ ਦੀ। ਪੁੱਤਰ, ਅੱਜ ਪੰਥ ਨੂੰ ਖਤਰਾ ਗੈਰਾਂ ਤੋਂ ਨਹੀਂ, ਆਪਣਿਆਂ ਤੋਂ ਹੈ। ਪਰ ਉਹ ਕਿਦਾਂ ਬਾਬਾ ਜੀ? ਗੁਰੂ ਘਰ ਦਾ ਪ੍ਰਬੰਧ ਸੰਭਾਲੋ, ਅੱਗੇ ਆਓ। ਸਮਾਂ ਬਦਲਾਅ ਮੰਗਦਾ ਹੈ। ਪਰ ਕੁਝ ਨਹੀਂ। 5 ਦਿਨਾਂ ਬਾਅਦ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਚੋਣ ਹੈ। ਨੌਜਵਾਨਾਂ ਨੂੰ ਇਕੱਠੇ ਕਰੋ ਤੇ ਇਸ ਚੋਣ ਨੂੰ ਲੜੋ। ਜੀ। ਰੋਸ ਨਾ ਕੀਜੇ, ਉੱਤਰ ਦੀਜੇ। ਬਹੁਤ ਘੋੜੇ ਨੇ। ਤੁਸੀਂ ਸੁਣਾਓ ਇੱਥੇ ਸੰਗਤ ਕਿੱਦਾਂ ਹੈ? ਬਹੁਤ ਵਧੀਆ ਜੀ, ਕਣਕ ਵੀ ਬਹੁਤ ਹੋਈ ਐਤਕੀ ਤਾਂ। ਅੱਛਾ, ਪਿਛਲੀ ਵਾਰ ਵੀ ਬਹੁਤ ਸੇਵਾ ਹੋਈ ਉਹ ਸੀ। ਲੈ, ਉਹ ਆ ਗਏ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆ ਬਾਬਿਆਂ ਦੀ ਅਨਾਉਂਸਮੈਂਟ ਕਰ ਦਿਓ ਜੀ। ਕਾਹਦੀ ਅਨਾਉਂਸਮੈਂਟ ਕਰਨੀ ਹੈ? ਗੁਰਮੁਖੋ, ਸਾਧ ਸੰਗਤ ਨੂੰ ਬੇਨਤੀ ਕਰ ਦਿਓ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਘੋੜਿਆਂ ਵਾਲੇ ਡੇਰੇ ਤੋਂ ਬਾਬੇ ਆਏ ਨੇ ਕਣਕ ਇਕੱਠੀ ਕਰਨ, ਤੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ। ਕਿਹੜੇ ਘੋੜੇ? ਇਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਘੋੜਿਆਂ ਦੀ ਵੰਸ਼ ਹੈ। ਇੱਥੇ ਪੰਥ ਖੇਰੂ ਖੇਰੂ ਹੋਇਆ ਫਿਰਦਾ ਤੇ ਤੁਸੀਂ ਘੋੜੇ ਸਾਂਭੀ ਬੈਠੇ ਹੋ। ਗੁਰਮੁਖੋ, ਅਸੀਂ ਤਾਂ ਪੰਥ ਦੇ ਘੋੜੇ ਹੀ ਸਾਂਭੇ ਐ। ਇੱਥੇ ਤਾਂ ਬਾਬੇ ਆ ਜਿਹੜੇ ਮਰੇ ਹੋਏ ਬਾਬਿਆਂ ਦੇ ਬਾਟੇ, ਚੱਪਲਾਂ, ਕੁੰਡੀਆਂ ਤੇ ਚੋਲਿਆਂ ਦੀ ਪੂਜਾ ਕਰਵਾਈ ਜਾਂਦੀ ਆ ਲੋਕਾਂ ਤੋਂ। ਇਹੀ ਤਾਂ ਸਾਡੀ ਕੌਮ ਦਾ ਦੁਖਾਂਤ ਹੈ। ਅਸੀਂ ਗੁਰੂਆਂ ਤੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੂੰ ਢਾਹ ਕੇ ਸੰਗਮਰਮਰ ਲਾਈ ਜਾਂਦੇ ਹਾਂ ਤੇ ਬਾਬਿਆਂ ਦੀਆਂ ਨਿੱਕੀਆਂ ਮੋਟੀਆਂ ਨਿਸ਼ਾਨੀਆਂ ਨੂੰ ਪੂਜੀ ਜਾਂਦੇ ਹਾਂ। ਉਹ ਗੁਰਮੁਖੋ, ਬਸ ਕਰੋ। ਅਨਾਉਂਸਮੈਂਟ ਕਰਨੀ ਆ ਤਾਂ ਕਰੋ, ਨਹੀਂ ਤਾਂ ਡੇਰੇ ਨੂੰ ਘਾਟ ਨਹੀਂ ਕਿਸੇ ਚੀਜ਼ ਦੀ। ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸੰਗਤ ਬੈਠੀ ਸਾਡੀ। ਬਾਬਾ ਜੀ, ਤੁਸੀਂ ਆਪਣੀ ਗੋਲਕ ਤਾਂ ਅਮਰੀਕਾ ਕੈਨੇਡਾ ਤੱਕ ਪਹੁੰਚਾਤੀ, ਪਰ ਸਿੱਖੀ ਨੂੰ ਪੰਜਾਬ ਤੱਕ ਨਹੀਂ ਪਹੁੰਚਾ ਸਕੇ। ਉਹ ਚਲੋ ਗੁਰਮੁਖੋ ਚੱਲੀਏ। ਆਇਆ ਵੱਡਾ ਪੰਥ ਦਰਦੀ। ਦਰਸ਼ਨ ਸਿੰਘ ਜੀ। ਹਾਂਜੀ। ਜਿੱਦਾਂ ਆਪਾਂ ਫੈਮਿਲੀ ਡਾਕਟਰ ਰੱਖੇ ਹੁੰਦੇ ਨਾ,
ਉਵੇਂ ਦੇਸ਼ਾਂ ਵਿਦੇਸ਼ਾਂ ਵਾਲੇ ਲੋਕਾਂ ਨੇ ਫੈਮਿਲੀ ਬਾਬੇ ਰੱਖੇ ਹੋਏ ਨੇ। ਸੱਚੀ ਬਾਬਾ ਜੀ? ਬਾਬਾ ਜੀ ਤਾਂ ਹਰ ਸਾਲ ਆਂਦੇ ਟਰਾਲੀਆਂ ਭਰ ਕੇ ਕਣਕ ਦੀਆਂ ਲੈ ਜਾਂਦੇ, ਐਤਕੀ ਤੁਸੀਂ ਭਜਾਇਆ ਜੀ ਇਹ। ਸੈਕਟਰੀ ਸਾਹਿਬ? ਹਾਂਜੀ ਸੈਕਟਰੀ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? ਮੈਂ ਠੀਕ ਆ ਪ੍ਰਧਾਨ ਸਾਹਿਬ, ਤੁਸੀਂ ਸੁਣਾਓ? ਆਪਾਂ ਵੀ ਵਧੀਆ, ਤੁਸੀਂ ਸੁਣਾਓ? ਪੈਰੀ ਪੈਣਾ ਪ੍ਰਧਾਨ ਬਸ ਵਧੀਆ ਪ੍ਰਧਾਨ ਸਾਹਿਬ। ਸੁਣਿਆ ਸੰਗਤ ਕਮੇਟੀ ਤੋਂ ਨਾਰਾਜ਼ ਹੈ, ਲੋਕ ਭਾਈ ਜੀ ਦੀ ਛੁੱਟੀ ਤੋਂ ਔਖੇ ਨੇ। ਕਹਿੰਦੇ ਕਮੇਟੀ ਨੇ ਭਾਈ ਸਾਹਿਬ ਦੀ ਛੁੱਟੀ ਕਰਕੇ ਠੀਕ ਨਹੀਂ ਕੀਤਾ। ਉਹ ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦੇ ਹੋ ਸੈਕਟਰੀ ਸਾਹਿਬ? ਮਾਲਕਾਂ ਪਾ ਮਾਲਕ, ਸੰਗਤ ਦਾ ਕੰਮ ਹੁੰਦਾ ਬੋਲਣਾ, ਬੋਲੀ ਜਾਣ ਦੋ। ਬੋਲ ਬੋਲ ਕੇ ਆਪੇ ਹੀ ਚੁੱਪ ਕਰ ਜਾਣਗੇ, ਦਿਨਾਂ 'ਚ ਹੀ ਭੁੱਲ ਜਾਣਾ ਉਹਨਾਂ ਨੇ ਕਿ ਹੋਇਆ ਕੀ ਸੀ। ਪਰ ਫਿਰ ਵੀ ਪ੍ਰਧਾਨ ਸਾਹਿਬ, ਨਿਯਮ ਤੇ ਕਾਨੂੰਨ ਵੀ ਕੋਈ ਚੀਜ਼ ਹੁੰਦੇ ਨੇ। ਗੁਰਦੁਆਰਾ ਸਾਡਾ ਤੇ ਕਾਨੂੰਨ ਵੀ ਸਾਡੇ, ਫਿਕਰ ਕਿਉਂ ਕਰਦੇ ਹੋ? ਫਿਰ ਵੀ ਦੇਖ ਲਿਓ ਪ੍ਰਧਾਨ ਸਾਹਿਬ, ਅੱਗੇ ਗੁਰਦੁਆਰੇ ਦੇ ਇਲੈਕਸ਼ਨ ਆ ਰਹੇ ਨੇ। ਤੁਸੀਂ ਟੈਨਸ਼ਨ ਨਹੀਂ ਲੈਣੀ, ਇਲੈਕਸ਼ਨ ਤਾਂ ਆਪਾਂ ਜਿੱਤ ਹੀ ਲੈਣੀ ਹੈ। ਕਿੱਲੇ ਗੱਡੇ ਹੋਏ ਨੇ ਆਪਾਂ, ਜੱਦੀ ਜਾਇਦਾਦ ਆ ਆਪਣੀ, ਸਾਨੂੰ ਕੌਣ ਹਿਲਾ ਦੂ ਇੱਥੋਂ ਦੀ। ਪਰ ਫਿਰ ਵੀ ਫਿਕਰ ਤਾਂ ਹੁੰਦੀ ਹੈ ਪ੍ਰਧਾਨ ਸਾਹਿਬ। ਫਿਕਰ ਨਾ ਕਰੋ, ਮਿਲਦੇ ਆ ਸ਼ਾਮੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂ ਕਰਾਨਾ ਬਾਬਾ ਜੀ ਨਾਲ ਗੱਲ। ਬਾਬਾ ਜੀ ਹਾਂਜੀ ਹਾਂਜੀ ਮੈਂ ਕਰਾਨਾ ਗੱਲ। ਆ ਬਾਬਾ ਜੀ ਗੱਲ ਕਰਿਓ ਜੀ। ਕੌਣ ਹੈ ਉਹ? ਬਾਬਾ ਜੀ ਅਮਰੀਕਾ ਤੋਂ ਹੈ, ਤੁਸੀਂ ਗੱਲ ਤਾਂ ਕਰੋ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਪਾਲ ਸਿੰਘ ਬੋਲਦਾ ਜੀ, USA ਤੋਂ। ਅਖੰਡ ਪਾਠ ਸਾਹਿਬ ਕਰਵਾਇਆ ਸੀ ਜੀ, ਭੋਗ ਪੈ ਗਿਆ, ਹੁਕਮਨਾਮਾ ਸੁਣਨਾ ਸੀ। ਕਿਹੜਾ ਅਖੰਡ ਪਾਠ, ਕਿਹੜਾ ਹੁਕਮਨਾਮਾ? ਬਾਬਾ ਜੀ ਤੁਸੀਂ ਬਸ ਹੁਕਮਨਾਮਾ ਸੁਣਾਓ, ਉਹ ਬਾਕੀ ਮੈਂ ਸਮਝਾਉਂਦਾ ਤੁਹਾਨੂੰ। ਭਾਈ ਸਾਹਿਬ ਜੀ, ਤੁਹਾਡਾ ਕੋਈ ਅਖੰਡ ਪਾਠ ਸਾਹਿਬ ਨਹੀਂ ਹੋਇਆ ਤੇ ਨਾ ਹੀ ਕੋਈ ਹੁਕਮਨਾਮਾ ਤਿਆਰ ਹੈ। ਬਾਬਾ ਜੀ ਅਸੀਂ ਤਾਂ ਹਰ ਸਾਲ ਅਖੰਡ ਪਾਠ ਕਰਵਾਉਂਦੇ ਆ ਤੇ ਹੁਕਮਨਾਮਾ ਅਸੀਂ ਫੋਨ ਤੇ ਸੁਣਦੇ ਆ। ਭਾਈ ਸਾਹਿਬ ਤੁਸੀਂ ਅਮਰੀਕਾ ਤੇ ਅਖੰਡ ਪਾਠ ਸਾਹਿਬ ਇੰਡੀਆ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਸ ਕਾਜ਼ੀ ਤੇ ਉਸ ਨਵਾਬ ਦੀ ਨਮਾਜ਼ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ, ਜਿਹੜੇ ਸਰੀਰ ਕਰਕੇ ਤਾਂ ਹਾਜ਼ਰ ਸੀ ਪਰ ਮਨ ਕਰਕੇ ਹਾਜ਼ਰ ਨਹੀਂ ਸੀ। ਉਹ ਤੁਸੀਂ ਤਾਂ ਮਨ ਕਰਕੇ ਵੀ ਨਹੀਂ ਤੇ ਸਰੀਰਕ ਤੌਰ ਤੇ ਵੀ ਹਾਜ਼ਰ ਨਹੀਂ ਹੋ। ਤੁਹਾਡਾ ਅਖੰਡ ਪਾਠ ਸਾਹਿਬ ਕਿੱਥੋਂ ਪ੍ਰਵਾਨ ਹੋ ਜਾਣਾ ਹੈ? ਉਹ ਭਾਈ ਸਾਹਿਬ ਅਸੀਂ ਹਰ ਸਾਲ ਮਾਇਆ ਭੇਜਦੇ ਆ। ਭਾਈ ਸਾਹਿਬ ਜੀ ਇਹ ਗੁਰਬਾਣੀ ਹੈ, ਕੋਈ ਦੁਕਾਨਦਾਰੀ ਨਹੀਂ ਕਿ ਤੁਸੀਂ ਪੈਸੇ ਦਿੱਤੇ ਤੇ ਸੌਦਾ ਖਰੀਦ ਲਿਆ। ਮਾਫ ਕਰਨਾ, ਤੁਹਾਡਾ ਕੋਈ ਅਖੰਡ ਪਾਠ ਸਾਹਿਬ ਨਹੀਂ ਹੋਇਆ। ਹੈਲੋ ਹੈਲੋ ਬਾਬਾ ਜੀ ਤੁਸੀਂ ਇਹ ਕੀ ਕੀਤਾ? ਕੋਈ ਵੀ ਸ਼ਬਦ ਸੁਣਾ ਦਿੰਦੇ। ਸ਼ਬਦ ਹੀ ਤਾਂ ਸਮਝ ਰੱਖਿਆ ਸੀ ਇਸ ਨੂੰ, ਗੁਰੂ ਤੇ ਕਦੇ ਮੰਨਿਆ ਹੀ ਨਹੀਂ। ਅਖੰਡ ਪਾਠਾਂ ਦੀਆਂ ਲੜੀਆਂ ਲਾ ਲਾ ਕੇ ਅਸੀਂ ਕਰਮਕਾਂਡੀ ਤਾਂ ਜ਼ਰੂਰ ਬਣ ਗਏ ਹਾਂ, ਪਰ ਸ਼ਬਦ ਗੁਰੂ ਦੇ ਲੜ ਨਹੀਂ ਲੱਗੇ। ਅੱਗੇ ਤੋਂ ਧਿਆਨ ਰੱਖਿਓ, ਹੁਣ ਗੁਰਦੁਆਰਾ ਸਾਹਿਬ ਇਹ ਪਖੰਡ ਨਹੀਂ ਚੱਲਣਾ। ਤੁਸੀਂ ਜਾ ਸਕਦੇ ਹੋ। ਕੋਈ ਨਾ, ਕਰਦਾ ਮੈਂ ਪ੍ਰਧਾਨ ਸਾਹਿਬ ਨਾਲ ਗੱਲ। ਛੱਡੋ ਬਾਬਾ ਜੀ, ਤੁਸੀਂ ਕਿਉਂ ਕਰਨ ਲੱਗ ਪਏ? ਇਹ ਤਾਂ ਸੇਵਾਦਾਰਾਂ ਦਾ ਕੰਮ ਹੈ। ਉਹ ਦਰਸ਼ਨ ਸਿੰਘ ਜੀ, ਜਿਹੜਾ ਗੁਰੂ ਘਰ ਦਾ ਹੋ ਗਿਆ ਉਹ ਗੁਰੂ ਘਰ ਦਾ ਸੇਵਾਦਾਰ ਹੀ ਹੁੰਦਾ ਹੈ। ਦਰਸ਼ਨ ਸਿੰਘ ਜੀ, ਇੱਕ ਗੱਲ ਕਹਿਣੀ ਸੀ, ਜੇ ਬੁਰਾ ਨਾ ਮੰਨੋ ਤਾਂ। ਹਾਂਜੀ ਤੁਸੀਂ ਹੁਕਮ ਕਰੋ ਜੀ। ਸਿੱਖ ਰਹਿਤ ਮਰਿਆਦਾ ਅਨੁਸਾਰ ਦਾੜੀ ਰੰਗਣੀ ਸਖਤ ਮਨਾ ਕੀਤੀ ਹੋਈ ਹੈ। ਪਰ ਬਾਬਾ ਜੀ ਇੱਥੇ ਤਾਂ ਅੱਧੀ ਕਮੇਟੀ ਦਾੜੀ ਰੰਗੀ ਫਿਰਦੀ ਹੈ ਜੀ। ਦਰਸ਼ਨ ਸਿੰਘ ਜੀ, ਇਹੀ ਤਾਂ ਤਰਾਸਦੀ ਹੈ ਸਾਡੀ ਕੌਮ ਦੀ। ਸਾਨੂੰ ਪ੍ਰਚਾਰਕ ਚਾਹੀਦੇ ਜਨੂਨ ਵਾਲੇ ਤੇ ਪ੍ਰਬੰਧਕ ਚਾਹੀਦੇ ਨੇ ਅਮੀਰ। ਜਿਹੜੇ ਬੰਦੇ ਕੋਲ 4 ਪੈਸੇ ਦੇਖੇ ਅਸੀਂ ਉਹਨੂੰ ਪ੍ਰਧਾਨ ਬਣਾ ਦਿੰਦੇ ਆ। ਸਾਨੂੰ ਜੀਵਨ ਵਾਲੇ ਪ੍ਰਚਾਰਕਾਂ ਦੇ ਨਾਲ ਨਾਲ ਜੀਵਨ ਵਾਲੇ ਪ੍ਰਬੰਧਕਾਂ ਦੀ ਵੀ ਲੋੜ ਹੈ। ਪਰ ਬਾਬਾ ਜੀ ਪ੍ਰਬੰਧਕ ਵੀ ਤਾਂ ਇਲੈਕਸ਼ਨ ਨਾਲ ਹੀ ਚੁਣੇ ਜਾਂਦੇ ਆ। ਸਾਡੀ ਕੌਮ ਵਿੱਚ ਇਹ ਪਤਾ ਨਹੀਂ ਇਲੈਕਸ਼ਨ ਕਿੱਥੋਂ ਆ ਗਏ। ਅੱਗੇ ਸਿਲੈਕਸ਼ਨ ਹੁੰਦੀ ਸੀ, ਹੁਣ ਇਲੈਕਸ਼ਨ ਹੁੰਦੀ ਹੈ। ਇਲੈਕਸ਼ਨ ਵਿੱਚ ਬਹੁਤਾਤ ਵਿੱਚ ਬੇਈਮਾਨ ਲੋਕ ਹੀ ਤਾਂ ਜਿੱਤ ਕੇ ਆਉਂਦੇ ਨਾ ਦਰਸ਼ਨ ਸਿੰਘ ਜੀ। ਉਹ ਛੱਡੋ ਬਾਬਾ ਜੀ, ਕੋਈ ਇਮਾਨਦਾਰ ਹੋਵੇ ਕੋਈ ਬੇਈਮਾਨ ਹੋਵੇ, ਆਪਾਂ ਕੀ ਲੈਣਾ? ਆਪਾਂ ਨੂੰ ਤਾਂ ਤਨਖਾਹ ਮਿਲੀ ਜਾਂਦੀ ਹੈ ਜੀ। ਦਰਸ਼ਨ ਸਿੰਘ ਜੀ, ਹਾਂਜੀ ਇਸੇ ਗੱਲ ਦਾ ਤਾਂ ਰੋਣਾ ਹੈ ਕਿ ਸਾਡੇ ਪ੍ਰਚਾਰਕਾਂ ਨੇ ਆਪਣੀ ਸੇਵਾ ਨੂੰ ਡਿਊਟੀਆਂ ਮੰਨਣਾ ਸ਼ੁਰੂ ਕਰਤਾ। ਗੁਰਦੁਆਰੇ ਬਣ ਗਏ ਫੈਕਟਰੀਆਂ, ਜਿੱਥੇ ਕਥਾ ਕੀਰਤਨ ਤੇ ਪਾਠਾਂ ਦੇ ਰੇਟ ਤੈਅ ਹੁੰਦੇ ਨੇ। ਫਿਰ ਅਸੀਂ ਕਹਿੰਦੇ ਆ ਕਿ ਅਸੀਂ ਸਿਰਫ 2% ਰਹਿ ਗਏ। ਪਰ ਬਾਬਾ ਜੀ ਪ੍ਰਚਾਰ ਕਰਨਾ ਤਾਂ ਪ੍ਰਚਾਰਕਾਂ ਦਾ ਕੰਮ ਹੈ ਜੀ।
ਨਹੀਂ, ਇਹ ਹਰ ਸਿੱਖ ਦਾ ਕੰਮ ਹੈ। ਹਰ ਸਿੱਖ ਪ੍ਰਚਾਰਕ ਹੈ। ਗੁਰੂ ਦਾ ਪ੍ਰਚਾਰ ਕਰਨਾ ਹਰ ਸਿੱਖ ਦਾ ਫਰਜ਼ ਹੈ। ਇੱਥੇ ਤਾਂ ਗ੍ਰੰਥੀ ਸਿੰਘ ਅੰਮ੍ਰਿਤ ਵੇਲੇ ਆਪ ਗੁਰੂ ਮਹਾਰਾਜ ਦਾ ਕੱਲਾ ਹੀ ਪ੍ਰਕਾਸ਼ ਕਰ ਰਿਹਾ ਤੇ ਪ੍ਰਬੰਧਕ ਸੁੱਤੇ ਪਏ ਨੇ ਆਪਣੇ ਘਰਾਂ 'ਚ। ਬਾਬਾ ਜੀ, ਅੱਜ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਲੱਗਣ ਲੱਗ ਪਿਆ ਕਿ ਮੈਂ ਗਲਤ ਸੀ ਜੀ। ਤੇ ਨਾਲੇ ਬਾਬਾ ਜੀ, ਅੱਜ ਤੋਂ ਬਾਅਦ ਮੈਂ ਸੱਚਾ ਸਿੱਖ ਤੇ ਸੱਚਾ ਪ੍ਰਚਾਰਕ ਬਣਨ ਦਾ ਯਤਨ ਕਰਾਂਗਾ ਬਾਬਾ ਜੀ। ਗੁਰੂ ਕਿਰਪਾ ਕਰਨਗੇ ਦਰਸ਼ਨ ਸਿੰਘ ਜੀ, ਕਿਰਪਾ ਕਰਨਗੇ। ਆਓ ਸੇਵਾ ਤੇ ਲੱਗੀਏ। ਸੈਕਟਰੀ ਸਾਹਿਬ, ਟੈਨਸ਼ਨ ਲੈਣ ਦੀ ਲੋੜ ਨਹੀਂ। ਲੰਗਰ ਹਾਲ 'ਚ ਆਪਾਂ ਮੀਟਿੰਗ ਇਸੇ ਕਰਕੇ ਤਾਂ ਰੱਖੀ ਆ। ਪਹਿਲਾਂ ਆਪਾਂ ਕਿਸੇ ਦੀ ਸੁਣੀਏ ਜਿਹੜਾ ਹੁਣ ਸੁਣਾਂਗੇ। ਉਹ ਆ ਵੀ ਮਗਰਾ, ਉਹ 2 ਦਿਨਾਂ ਨੂੰ ਕਮੇਟੀ ਚੁਣਨੀ ਐ ਤੇ ਤੂੰ ਪੈਰ ਜੇ ਘਸੀਟ ਦਾ ਤੁਰਿਆ ਆਉਣਾ। ਅੱਗੇ ਕਿਹੜਾ 15 ਸਾਲ ਤੋਂ ਲਹੂ ਡੋਲ ਕੇ ਜਿੱਤਦੇ ਆਉਨੇ ਆ, ਅੱਗੇ ਖੜਨ ਵਾਲਾ ਤਾਂ ਕੋਈ ਹੈ ਨਹੀਂ। ਹੁਣੇ ਭਰੇਖਾ ਕੱਢ ਦਿਓ। ਕਿਉਂ? ਆਹੋ, ਮੈਂ ਵੀ ਸੁਣਿਆ ਆ ਬੇੜੇ ਵਾਲਿਆਂ ਦਾ ਸੁਖਚੈਨ ਬੜਾ ਦਿੱਤ ਸਿੰਘ ਬਣਿਆ ਫਿਰਦਾ ਤੇ ਪਿੰਡ ਦੇ ਕਈ ਮੁੰਡੇ ਵੀ ਨਾਲ ਰਲਾ ਲੇ। ਉਹ ਦੇਖਿਓ ਕਿਤੇ ਗੁਰਦੁਆਰਾ ਸੁਧਾਰ ਲਹਿਰ ਨਾ ਚਲਾ ਦੇਵੇ। ਉਹ ਐ ਕਿਤੇ ਲਹਿਰਾਂ ਚੱਲਦੀਆਂ ਨੇ। ਲਹਿਰਾਂ ਚਲਾਉਣ ਵਾਸਤੇ ਖੂਨ ਡੋਲਣਾ ਪੈਂਦਾ, ਖੂਨ। ਨਾਲੇ ਇਲੈਕਸ਼ਨ ਜਿੱਤਣ ਵਾਸਤੇ ਪੈਸੇ ਚਾਹੀਦੇ ਨੇ ਤੇ ਗੋਲਕਾਂ ਦੀਆਂ ਚਾਬੀਆਂ ਨੇ ਸਾਡੇ ਕੋਲ। ਤੇ ਠੇਕਿਆਂ ਦੇ ਜਿੰਦੇ ਖੁੱਲਦੇ ਨੇ ਮਾਇਆ ਦੇ ਨਾਲ। ਠੀਕ ਹੈ ਨਾ? ਓਏ ਸ਼ਾਬਾਸ਼। ਵਪਾਰ ਬਣਾ ਲੈ ਤੇਰੇ ਸਿੱਖਾਂ ਦੀਆਂ
ਬਾਬਾ ਜੀ ਤੁਹਾਨੂੰ ਲੱਗਦਾ ਕਿ ਇਹ ਲੋਕ ਕੁਰਸੀਆਂ ਛੱਡਣਗੇ? ਗੱਲ ਤਾਂ ਤੇਰੀ ਠੀਕ ਹੈ। ਇਹਨਾਂ ਲੋਕਾਂ ਨੂੰ ਗੁਰਦੁਆਰਿਆਂ ਦੀ ਰਾਜਨੀਤੀ ਚੋਂ ਬਾਹਰ ਕੱਢਣਾ ਕੋਈ ਸੌਖਾ ਕੰਮ ਨਹੀਂ। ਕਦੇ ਉਹ ਸਮਾਂ ਸੀ ਜਦੋਂ ਮਹੰਤਾਂ ਤੇ ਉਦਾਸੀਆਂ ਤੋਂ ਸਾਨੂੰ ਗੁਰਦੁਆਰੇ ਆਜ਼ਾਦ ਕਰਾਉਣ ਲਈ ਲਹੂ ਡੋਲਮੀ ਜੰਗ ਲੜਨੀ ਪਈ, ਤੇ ਅੱਜ ਫੇਰ ਕੌਮ ਜੰਗ ਦੇ ਦਰਵਾਜ਼ੇ ਤੇ ਖੜੀ ਹੈ। ਪਰ ਅੱਜ ਦੁਸ਼ਮਣ ਗੈਰ ਨਹੀਂ, ਆਪਣੇ ਨੇ। ਬਾਬਾ ਜੀ, ਜੰਗ ਲੜਨ ਲਈ ਫੌਜ ਦੀ ਲੋੜ ਪੈਂਦੀ ਹੈ, ਪਰ ਇੱਥੇ ਤਾਂ ਕੋਈ ਫੌਜ ਹੀ ਨਹੀਂ। ਉਹ ਭਾਈ ਸੁਖਚੈਨ ਸਿਆਂ, ਫੌਜਾਂ ਤਾਂ ਇੱਥੇ ਬਹੁਤ ਨੇ, ਪਰ ਕੌਮ ਲਈ ਲੜਨ ਵਾਲੀਆਂ ਨਹੀਂ, ਕਬਜ਼ੇ ਕਰਨ ਵਾਲੀਆਂ। ਬਿਲਕੁਲ। ਵੈਸੇ ਵੀ ਸਾਡੀ ਕੌਮ ਲੜਨ ਦਾ ਹੁਨਰ ਗਵਾ ਚੁੱਕੀ ਹੈ। ਅਸੀਂ ਦੁਸ਼ਮਣਾਂ ਨਾਲ ਨਹੀਂ, ਆਪਣਿਆਂ ਨਾਲ ਹੀ ਲੜੀ ਜਾਂਦੇ ਆ। ਸਾਨੂੰ ਗੈਰਾਂ ਤੇ ਆਪਣਿਆਂ ਵਿਚਲਾ ਫਰਕ ਹੀ ਨਜ਼ਰ ਨਹੀਂ ਆਉਂਦਾ। ਹਾਂਜੀ ਸਰਪੰਚ ਸਾਹਿਬ, ਪਰ ਸਾਨੂੰ ਇਕੱਠੇ ਹੋਣ ਲਈ ਮੁੱਦੇ ਚਾਹੀਦੇ ਨੇ। ਮੁੱਦੇ ਸੁਖਚੈਨ ਸਿਆਂ ਬਹੁਤ ਨੇ, ਇਕੱਠੇ ਹੋਣ ਲਈ ਨਹੀਂ, ਲੜਨ ਲਈ। ਕਦੇ ਅਸੀਂ ਮਾਸ ਦੇ ਮੁੱਦੇ ਤੇ ਲੜਦੇ ਆ, ਕਦੇ ਅਸੀਂ ਦਸਮ ਗ੍ਰੰਥ ਦੇ ਮੁੱਦੇ ਤੇ ਲੜਦੇ ਆ। ਜੇ ਕੁਝ ਹੋਰ ਨਜ਼ਰ ਨਹੀਂ ਆਉਂਦਾ, ਫਿਰ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਲੜੀ ਜਾਂਦੇ ਆ। ਜਿਨ੍ਹਾਂ ਮੁੱਦਿਆਂ ਤੇ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਸੀ ਨਾ, ਅਸੀਂ ਉਹਨਾਂ ਮੁੱਦਿਆਂ ਤੇ ਲੜੀ ਜਾਂਦੇ ਆ। ਇਹੀ ਤਾਂ ਸਾਡੀ ਕੌਮ ਦੀ ਤਰਾਸਦੀ ਹੈ। ਗੁਰੂ ਸਾਹਿਬ ਕਹਿ ਗਏ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਅੱਜ ਖਾਸ ਹੀ ਖਾਸ ਨਾਲ ਲੜੀ ਜਾ ਰਿਹਾ। ਮੈਂ ਤਾਂ ਕਦੇ ਕਦੇ ਸੋਚਦਾ, ਜੇ ਅੱਜ ਵੀ ਅਸੀਂ ਨਾ ਸੰਭਲੇ ਨਾ, ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਅਜਾਇਬ ਘਰਾਂ ਚੋਂ ਭਾਲਿਆ ਕਰਨਗੀਆਂ ਕਿ ਸਿੱਖ ਵੀ ਕੋਈ ਚੀਜ਼ ਹੁੰਦੇ ਸੀ। ਰਾਜ ਕਰੇਗਾ ਖਾਲਸਾ ਕਹਿਣ ਨਾਲ ਰਾਜ ਨਹੀਂ ਆਉਣਾ। ਪਹਿਲਾਂ ਅਸਲ ਖਾਲਸੇ ਬਣਨਾ ਪੈਣਾ, ਸੱਚਾ ਸੁੱਚਾ ਖਾਲਸਾ ਪੈਦਾ ਕਰਨਾ ਪੈਣਾ। ਪੁੱਤਰ, ਤੂੰ ਇਸ ਜੰਗ ਨੂੰ ਲੜਨ ਦੀ ਤਿਆਰੀ ਕਰ। ਆਪਾਂ ਇਹ ਜੰਗ ਜ਼ਰੂਰ ਜਿੱਤਣੀ ਹੈ। ਤੁਹਾਡਾ ਵੱਡਿਆਂ ਦਾ ਸਾਥ ਚਾਹੀਦਾ। ਤੁਸੀਂ ਨਾਲ ਹੋ ਤਾਂ ਜ਼ਰੂਰ ਜਿੱਤਾਂਗੇ। ਹਮੇਸ਼ਾ ਨਾਲ ਆ ਪੁੱਤਰ। ਬਸ ਹੁਣ ਗੁਰੂ ਸਾਹਿਬ ਤੋਂ ਆਗਿਆ ਲਓ। हे सच्चे पातशाह, मेरे कोल तेरे सिवा कुछ नहीं, ते ਜਿਹਦੇ ਨਾਲ ਤੂੰ ਹੈ ਉਹ ਕਦੇ ਨਹੀਂ ਹਾਰਦਾ, ਕਦੇ ਨਹੀਂ ਹਾਰਦਾ। ਸੱਚੇ ਪਾਤਸ਼ਾਹ ਮਿਹਰ ਕਰੀ। ਵਾਹਿਗੁਰੂ ਵਾਹਿਗੁਰੂ। ਹਾਂਜੀ ਸੈਕਟਰੀ ਸਾਹਿਬ। ਹਾਂਜੀ ਪ੍ਰਧਾਨ ਸਾਹਿਬ। ਤੁਸੀਂ ਕੀ ਸੋਚਦੇ ਹੋ, ਜੇ ਤੁਸੀਂ ਨਹੀਂ ਆਉਂਗੇ ਤਾਂ ਕਮੇਟੀ ਨਹੀਂ ਬਣੇਗੀ? ਇਹਨਾਂ ਕੱਲ ਦੇ ਜਵਾਕਾਂ ਕੋਲੋਂ ਤੁਸੀਂ ਡਰ ਸਕਦੇ ਹੋ, ਮੈਂ ਨਹੀਂ। ਮੈਂ ਤਾਂ ਘੁਮਾ ਦੂੰ ਇਹਨਾਂ ਦੀਆਂ ਭਮੀਰੀਆਂ। ਪਰ ਉਹ ਪ੍ਰਧਾਨ ਸਾਹਿਬ। ਚੰਗਾ ਬਾਏ। ਵੇਖ ਲੈ ਮਗਰਾ, ਤੇਰਾ ਸੈਕਟਰੀ ਵੀ ਭੱਜਿਆ ਫਿਰਦਾ, ਪਰ ਆਪਾਂ ਤਾਂ ਨਹੀਂ ਡਰਨ ਵਾਲੇ। ਵੇਖਦੇ ਆ ਕੀ ਕਰਦੇ ਆ। ਚਲਾ ਚਲੀਏ। ਓਏ ਸਾਡੇ ਕੋਲ ਤਜਰਬਾ ਐਵੇਂ ਤੇ ਨਹੀਂ ਵਰਿਆਂ ਤੋਂ ਅਸੀਂ ਇੱਥੇ ਬੈਠੇ ਹੋਏ। ਉਹ ਤੁਸੀਂ ਕੱਲ ਦੇ ਜਵਾਕ, ਤੁਹਾਨੂੰ ਕੀ ਪਤਾ ਗੁਰਦੁਆਰੇ ਕਿਵੇਂ ਚੱਲਦੇ ਨੇ? ਪ੍ਰਧਾਨ ਸਾਹਿਬ, ਆਹੀ ਤਾਂ ਗੱਲ ਹੈ। ਅਸੀਂ ਗੁਰਦੁਆਰੇ ਬਣਾਉਣ ਤੇ ਚਲਾਉਣ 'ਚ ਹੀ ਲੱਗੇ। ਗੁਰਦੁਆਰੇ ਚਲਾਣੇ ਸੌਖੇ ਨਹੀਂ ਕਾਕਾ। ਜਿੰਨੀ ਰਾਜਨੀਤੀ ਗੁਰਦੁਆਰਿਆਂ 'ਚ ਹੁੰਦੀ ਹੈ, ਪੂਰੇ ਮੁਲਕ 'ਚ ਨਹੀਂ ਹੁੰਦੀ। ਬਿਲਕੁਲ ਸੁਖਦੇਵ ਸਿੰਘ, ਬਿਲਕੁਲ ਠੀਕ ਕਿਹਾ ਤੂੰ। ਗੁਰਦੁਆਰਿਆਂ 'ਚ ਤਾਂ ਹੁਣ ਰਾਜਨੀਤੀ ਬਚੀ ਹੈ। ਸਿੱਖੀ ਦਾ ਅਸੀਂ ਧੱਕੇ ਮਾਰ ਮਾਰ ਕੇ ਬਾਹਰ ਕੱਢਤੀ। ਨਾ ਤੁਹਾਨੂੰ ਕੀ ਲੱਗਦਾ ਅਸੀਂ ਸਿੱਖ ਨਹੀਂ? ਨਾ ਨਾ ਨਾ, ਦੇਖਣ ਨੂੰ ਤੁਸੀਂ ਬਿਲਕੁਲ ਸਿੱਖ ਹੋ, ਪਰ ਕੁਰਸੀ ਦੇ, ਹਉਮੈ ਦੇ, ਮਾਇਆ ਦੇ, ਚੌਧਰ ਦੇ, ਪਰ ਗੁਰੂ ਦੇ ਸਿੱਖ ਨਹੀਂ। ਓਏ ਸਭ ਕਿਤਾਬੀ ਗੱਲਾਂ ਨੇ, ਕਹਿਣ ਦੀਆਂ ਗੱਲਾਂ ਨੇ। ਓਏ ਜਵਾਕ ਨੇ, ਇਹਨਾਂ ਦੀ ਉਮਰ ਨਹੀਂ ਪ੍ਰਧਾਨਗੀਆਂ ਕਰਨ ਦੀ। ਇਹਨਾਂ ਦੀ ਉਮਰ ਆ ਖਾਣ ਦੀ, ਪੀਣ ਦੀ, ਮੌਜਾਂ ਮਾਣਨ ਦੀ। ਗੁਰਮਨ ਮਿਸ਼ਨ ਪੂਰਾ ਹੋ ਗਿਆ, ਬਸ ਮੈਂ ਆ ਰਿਹਾ। ਇਹ ਕੰਮ ਤਾਂ ਸਾਡੀ ਉਮਰ ਦੇ ਬੰਦਿਆਂ ਨੂੰ ਫੱਬਦਾ। ਆਹੋ, ਤੁਹਾਡੀ ਇਸੇ ਸੋਚ ਨੇ ਤਾਂ ਸਾਰੀ ਜਵਾਨੀ ਖਾਣ ਪੀਣ ਤੇ ਲਾਤੀ। ਨਾ ਤੂੰ ਕੀ ਚਾਹੁੰਦਾ? ਤੈਨੂੰ ਪ੍ਰਧਾਨ ਬਣਾ ਦਈਏ? ਪ੍ਰਧਾਨ ਨਹੀਂ, ਸੇਵਾਦਾਰ। ਨਾ ਫਿਰ ਅਸੀਂ ਕੀ ਕਰਾਂਗੇ? ਤੁਸੀਂ ਸਾਨੂੰ ਤਜਰਬੇ ਦਿਓ, ਪਰ ਚੰਗੇ। ਨਾ ਤੁਹਾਨੂੰ ਕੀ ਲੱਗਦਾ ਪ੍ਰਧਾਨਗੀਆਂ ਕਰਨੀਆਂ ਸੌਖੀਆਂ ਨੇ? ਸੇਵਾ ਹੀ ਕਰਨੀ ਹੈ, ਜਿਹੜੀ ਮਰਜ਼ੀ ਕਰ ਲਓ। ਅਸੀਂ ਸੇਵਾ ਨੂੰ ਜਿੰਦੇ ਲਾਏ ਨੇ। ਪ੍ਰਧਾਨ ਜੀ, ਸੇਵਾ ਨੂੰ ਤਾਂ ਜਿੰਦੇ ਨਹੀਂ ਮਾਰੇ, ਪਰ ਗੁਰੂ ਘਰ ਦੀਆਂ ਗੋਲਕਾਂ ਤਾਂ ਜਿੰਦੇ ਮਾਰ ਲਏ ਨਾ। ਹੋਰ ਖੁੱਲੀਆਂ ਛੱਡ ਦਈਏ? ਜਿੰਦੇ ਲਾ ਕੇ ਕਿਹੜਾ ਲੁੱਟੀਆਂ ਨਹੀਂ ਜਾਂਦੀਆਂ। ਸਰਪੰਚ ਸਾਹਿਬ, ਜਿੰਨੀ ਵੀ ਮਾਇਆ ਸਾਡੀ ਕਮੇਟੀ ਕੋਲ ਹੈ ਨਾ, ਸਾਰੀ ਗੁਰੂ ਘਰਾਂ 'ਚ ਲੱਗਦੀ ਹੈ। ਮੈਨੂੰ ਪਤਾ ਸੁਖਦੇਵ ਸਿੰਘ, ਇਹ ਸਾਰੀ ਮਾਇਆ ਕਿੱਥੇ ਲੱਗਦੀ ਹੈ। ਇੱਕ ਆਮ ਬੰਦਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹ ਜਦੋਂ ਦਸਵੰਧ ਕੱਢਦਾ ਹੈ,
ਗੁਰੂ ਦੀ ਗੋਲਕ 'ਚ ਪੈਸੇ ਪਾਉਂਦਾ ਹੈ, ਤੇ ਉਹ ਮਾਇਆ ਤੁਸੀਂ ਵੋਟਾਂ ਵੇਲੇ ਫੀਮ ਪੁੱਕੀਆਂ ਸ਼ਰਾਬਾਂ ਲਈ ਵੰਡਦੇ ਹੋ। ਸਰਪੰਚ ਸਾਹਿਬ, ਮਾਇਆ ਨਾਲ ਬੈਂਕ ਭਰਿਆ ਪਿਆ। ਜਿੰਨੇ ਪੈਸੇ ਅਸੀਂ ਇਕੱਠੇ ਕੀਤੇ ਨੇ ਨਾ, ਪਿਛਲੀਆਂ ਕਿਸੇ ਕਮੇਟੀਆਂ ਨੇ ਨਹੀਂ ਇਕੱਠੇ ਕੀਤੇ। ਮਾਇਆ ਇਕੱਠੀ ਕੀਤੀ ਹੈ। ਉਹ ਚੱਟਣਾ ਉਸ ਮਾਇਆ ਨੂੰ ਜਿਹੜੀ ਤੁਹਾਡੀ ਬੈਂਕਾਂ 'ਚ ਪਈ ਹੈ, ਜਿਹੜੀ ਕੌਮ ਦੇ ਕੰਮ ਹੀ ਨਾ ਆਵੇ। ਪ੍ਰਧਾਨ ਜੀ ਕਿਰਪਾ ਕਰੋ, ਉਸ ਮਾਇਆ ਨੂੰ ਬੈਂਕਾਂ 'ਚੋਂ ਕੱਢ ਕੇ ਸਿੱਖ ਕੌਮ ਦੇ ਬੱਚਿਆਂ ਦੀ ਪੜ੍ਹਾਈ ਤੇ ਲਾਓ, ਤਾਂ ਕਿ ਡਾਕਟਰ, ਇੰਜੀਨੀਅਰ, ਵਕੀਲ ਚੰਗੇ ਅਫਸਰ ਬਣਨ ਤੇ ਕੌਮ ਦਾ ਭਲਾ ਹੋਵੇ। ਕਿੱਥੇ ਸਰਪੰਚ ਸਾਹਿਬ, ਇਹ ਲੋਕ ਸਾਡੀ ਕੌਮ ਬਾਰੇ ਸੋਚਣਗੇ? ਕਦੇ ਵੀ ਨਹੀਂ। ਕੋਈ ਨਾ ਜਵਾਨਾ, ਜੇ ਇਹ ਲੋਕ ਨਹੀਂ ਸੋਚਣਗੇ ਤਾਂ ਮੇਰਾ ਜੂਤ ਸੋਚੂਗਾ ਆਪਣੀ ਕੌਮ ਬਾਰੇ। ਓਏ, ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੀ ਜੁੱਤੀਆਂ 'ਚ ਨਹੀਂ ਬਹਿਣ ਦਿੰਦੇ, ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਸਿਰ ਤੇ ਬਿਠਾਉਣਾ ਚਾਹੁੰਦੇ ਹੋ? ਸੁਖਦੇਵ ਸਿੰਘ, ਤੁਹਾਡੀ ਇਸੇ ਸੋਚ ਨੇ ਡਾਕਟਰ ਅੰਬੇਦਕਰ ਨੂੰ ਅੰਮ੍ਰਿਤ ਨਹੀਂ ਸੀ ਛਕਣ ਦਿੱਤਾ ਤੇ ਉਹਦੇ ਪੈਰੋਕਾਰ ਜਾ ਬੈਠੇ ਡੇਰਿਆਂ 'ਚ। ਜੇ ਅਸੀਂ ਉਦੋਂ ਇਹ ਗਲਤੀ ਨਾ ਕਰਦੇ ਨਾ, ਤਾਂ ਅੱਜ ਸਾਡੀ ਕੌਮ 2% ਦੀ ਥਾਂ 60% ਹੁੰਦੀ। ਉਹ ਇਹਨਾਂ ਦੇ ਭਗਤਾਂ ਨੇ ਵੀ ਤਾਂ ਬਾਣੀ 'ਚ ਰੱਖਿਆ ਹੀ ਹੈ, ਇਹ ਵੀ ਰਹਿ ਲੈਣ ਚੁੱਪ ਕਰਕੇ। ਉਹ ਗੁਰੂ ਸਾਹਿਬਾਂ ਨੇ ਰੱਖਿਆ ਸੀ, ਤੁਸੀਂ ਨਹੀਂ ਸੀ ਰੱਖਿਆ। ਤੁਸੀਂ ਤਾਂ ਨੀਵੇਂ ਕਹਿ ਕੇ ਕੱਢਤਾ। ਆਖੇ ਜੀ ਇਹ ਨੀਵੇਂ ਨੇ, ਤੁਸੀਂ ਕਹਿੰਦੇ ਹੋ ਇਹ ਲੋਕ ਸਾਡੇ ਬਰਾਬਰ ਬਹਿਣ ਜੋਗੇ ਨਹੀਂ। ਤੂੰ ਠੀਕ ਕਹਿਣਾ ਸੁਖਚੈਨ ਸਿਆ। ਅੱਜ ਜਿੰਨੀ ਊਚ ਨੀਚ, ਜਿੰਨੀਆਂ ਜਾਤਾਂ ਪਾਤਾਂ, ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਕੌਮ 'ਚ ਹੈ ਨਾ, ਹੋਰ ਕਿਸੇ ਪਾਸੇ ਨਹੀਂ। ਓਏ ਹੋਰ ਤਾਂ ਹੋਰ, ਇਹਨਾਂ ਲੋਕਾਂ ਨੇ ਤਾਂ 15 ਭਗਤ ਨਹੀਂ ਬਖਸ਼ੇ ਨਾ। ਪ੍ਰਧਾਨ ਜੀ, ਤੁਸੀਂ ਮੈਨੂੰ ਇਹ ਦੱਸੋ, ਜਿਨ੍ਹਾਂ ਭਗਤਾਂ ਨੇ ਬਾਣੀ ਲਿਖੀ, ਉਹਨਾਂ ਭਗਤਾਂ ਦੇ ਸਾਨੂੰ ਦਿਹਾੜੇ ਨਹੀਂ ਮਨਾਉਣੇ ਚਾਹੀਦੇ? ਉਹਨਾਂ ਭਗਤਾਂ ਦੇ ਨਾਂ ਕੈਲੰਡਰਾਂ 'ਚ ਨਹੀਂ ਚਾਹੀਦੇ? ਕੀ ਦਰਬਾਰ ਸਾਹਿਬ ਤੋਂ ਉਹਨਾਂ ਭਗਤਾਂ ਦੇ ਨਾਂ ਤੇ ਨਗਰ ਕੀਰਤਨ ਨਹੀਂ ਸੀ ਨਿਕਲਣੇ ਚਾਹੀਦੇ? ਜਿਹੜੇ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਨੂੰ ਬਾਬੇ ਨਾਨਕ ਨੇ ਆਪਣੇ ਗਲ ਨਾਲ ਲਾਇਆ ਸੀ, ਓਏ ਤੁਸੀਂ ਤਾਂ ਉਹਨਾਂ ਭਗਤਾਂ ਦੇ ਨਾਂ ਅਰਦਾਸ 'ਚ ਸ਼ਾਮਲ ਵੀ ਨਹੀਂ ਕਰ ਸਕੇ। ਹੋਰ ਕੀ ਕਰੋਗੇ ਤੁਸੀਂ? ਸਰਪੰਚ ਸਾਹਿਬ, ਤੁਸੀਂ ਭਗਤਾਂ ਦੀ ਗੱਲ ਕਰਦੇ ਹੋ। ਇਹਨਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ। ਦਰਬਾਰ ਸਾਹਿਬ ਮੱਥਾ ਟੇਕਣ ਲਈ 2-2 ਘੰਟੇ ਖੜੇ ਰਹਿੰਦੇ ਆ, ਪਰ ਜਿਹੜੇ ਸਰੂਪ ਪ੍ਰਕਰਮਾਂ ਦੇ ਵਿੱਚ ਪ੍ਰਕਾਸ਼ ਨੇ, ਉਹਨਾਂ ਸਾਹਮਣੇ ਛੁਰਲੀ ਵਾਂਗ ਨਿਕਲ ਜਾਂਦੇ ਆ। ਇਹ ਗਲਤੀਆਂ ਸਾਡੀਆਂ ਤੇ ਨਹੀਂ, ਅਸੀਂ ਤੇ ਨਹੀਂ ਪਾਈਆਂ ਇਹ ਵੰਡੀਆਂ। ਸੁਖਦੇਵ ਸਿੰਘ, ਬੇਸ਼ੱਕ ਇਹ ਗਲਤੀਆਂ ਤੁਹਾਡੀਆਂ ਨਹੀਂ, ਪਰ ਤੁਸੀਂ ਇਹਨਾਂ ਗਲਤੀਆਂ ਨੂੰ ਅੱਜ ਸੁਧਾਰ ਤਾਂ ਸਕਦੇ ਹੋ। ਉਹ ਕਿਵੇਂ? ਜਿੱਦ ਨਾ ਕਰੋ, ਦੇ ਦਿਓ ਇੱਕ ਮੌਕਾ, ਸਾਹਮਣ ਦੋ ਇਹਨਾਂ ਮੁੰਡਿਆਂ ਨੂੰ ਕੰਮ, ਸ਼ਾਇਦ ਕੋਈ ਕੌਮ ਦਾ ਭਲਾ ਹੋ ਜੇ। ਸਰਪੰਚ ਸਾਹਿਬ, ਮੈਨੂੰ ਪਤਾ ਤੁਸੀਂ ਸਹੀ ਕਹਿ ਰਹੇ ਹੋ, ਪਰ 5 ਨਹੀਂ 500 ਸਾਲ ਇਹ ਸਿੱਖ ਪੰਥ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਨਹੀਂ ਕਰ ਸਕਦੇ। ਮੈਂ ਵੀ ਆਖਰ ਜ਼ਮਾਨਾ ਵੇਖਿਆ। ਦਿੱਤੀ ਇਹਨਾਂ ਨੂੰ ਪ੍ਰਧਾਨਗੀ, ਇਹ ਸਿੱਖ ਕੌਮ ਹੈ। ਜਦੋਂ ਤੱਕ ਲੁੱਟੀ ਤੇ ਕੁੱਟੀ ਨਾ ਜਾਵੇ, ਉਦੋਂ ਤੱਕ ਜਾਗਦੀ ਨਹੀਂ। ਦੇਖਦੇ ਆ ਕੀ ਕਰਦੇ ਆ ਇਹ। ਲਓ ਵੀ ਜਵਾਨੋ, ਸੰਭੋ ਹੁਣ ਆਪਣੀਆਂ ਜ਼ਿੰਮੇਵਾਰੀਆਂ। ਕੌਮ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤੇ ਤੁਸੀਂ ਇਹਨਾਂ ਉਮੀਦਾਂ ਤੇ ਖਰੇ ਉਤਰਨਾ ਹੈ। ਦਿਖਾ ਦਿਓ ਇਸ ਦੁਨੀਆ ਨੂੰ ਕਿ ਜਦੋਂ ਜਵਾਨੀ ਜਾਗਦੀ ਹੈ ਤਾਂ ਕਿਵੇਂ ਤਖਤ ਤੇ ਪਲਟਦੀ ਹੈ। ਸ਼ਾਬਾਸ਼ੇ। ਬਾਬਾ ਜੀ, ਗੁਰੂ ਸਾਹਿਬ ਅੱਗੇ ਤਾਂ ਅਰਦਾਸ ਕਰ ਲਈ, ਹੁਣ ਤੁਸੀਂ ਦੱਸੋ ਕੀ ਕਰੀਏ? ਹੋਰ ਮੁੰਡਿਆਂ ਨੂੰ ਨਾਲ ਰਲਾਓ। ਕੁਝ ਹੀ ਦਿਨਾਂ ਵਿੱਚ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਆਉਣ ਵਾਲਾ, ਉਹਦੇ ਸੰਦਰਭ ਵਿੱਚ ਉਹਨਾਂ ਦੇ ਜਨਮ ਦਿਨ ਤੇ ਨਗਰ ਕੀਰਤਨ ਕੱਢੀਏ, ਪਰ ਇਹ ਨਗਰ ਕੀਰਤਨ ਕੁਝ ਅਲੱਗ ਹੋਵੇ। ਪਰ ਬਾਬਾ ਜੀ, ਉਹ ਕਿਵੇਂ? ਜਿਸ ਤਰ੍ਹਾਂ ਨਗਰ ਕੀਰਤਨ ਵਿੱਚ ਆਪਾਂ ਖਾਣ ਪੀਣ ਦੇ ਸਟਾਲ ਲਾਉਂਦੇ ਆ, ਸਟਾਲ ਉਸੇ ਤਰ੍ਹਾਂ ਹੀ ਲੱਗਣਗੇ, ਪਰ ਖਾਣ ਪੀਣ ਦੇ ਨਹੀਂ। ਉਹਦੀ ਬਜਾਏ 5 ਕਕਾਰ, ਸਿੱਖ ਇਤਿਹਾਸ ਦੀਆਂ ਕਿਤਾਬਾਂ, ਪੈਨਸਲਾਂ ਤੇ ਨੋਟਬੁੱਕਸ ਤੇ ਲੋੜਵੰਦਾਂ ਨੂੰ ਦਸਤਾਰਾਂ ਭੇਟਾਂ ਕਰਨ। ਪਰ ਬਾਬਾ ਜੀ, ਫਿਰ ਸੰਗਤ ਖਾਊ ਪੀਊ ਕੀ? ਪੁੱਤਰ, ਗੁਰੂ ਕੇ ਸਿੰਘ 7-7 ਮਹੀਨੇ ਭੁੱਖੇ ਰਹਿ ਕੇ ਵੀ ਮੈਦਾਨੇ ਜੰਗ ਵਿੱਚ ਲੜਦੇ ਸੀ ਕਿ ਅਸੀਂ 4-5 ਘੰਟੇ ਭੁੱਖੇ ਨਹੀਂ ਰਹਿ ਸਕਦੇ। ਪਰ ਫਿਰ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਲਈ ਲੰਗਰ ਦਾ ਪ੍ਰਬੰਧ ਕਰ ਦਿਓ। ਬਾਬਾ ਜੀ,
ਮੈਨੂੰ ਲੱਗਦਾ ਇਸ ਵਾਰੀ ਨਗਰ ਕੀਰਤਨ ਦੇ ਵਿੱਚ ਸੰਗਤ ਨੂੰ ਇੱਕ ਇੱਕ ਸ਼੍ਰੀ ਸਾਹਿਬ ਭੇਟ ਕਰੀਏ। ਪਰ ਸੁਖਚੈਨ ਇੰਨਾ ਪੈਸਾ ਕਿੱਥੋਂ ਆਊ? ਖੰਡਾ ਵੇਚ ਦਿੰਨੇ ਆ। ਉਹ ਸੋਨੇ ਵਾਲਾ? ਆਹੋ, ਜੇ ਗੁਰੂ ਸਾਹਿਬ ਆਪਣੇ ਤੀਰ ਦੇ ਨਾਲ ਸੋਨਾ ਲਾ ਕੇ ਮਰਨ ਵਾਲੇ ਦੁਸ਼ਮਣ ਦੀ ਜਾਨ ਬਚਾਉਣ ਦਾ ਪ੍ਰਬੰਧ ਕਰ ਸਕਦੇ ਆ, ਤਾਂ ਫਿਰ ਕੀ ਅਸੀਂ ਆਪਣੀ ਕੌਮ ਨੂੰ ਆਤਮ ਨਿਰਭਰ ਕਰਨ ਦੇ ਲਈ ਇੰਨਾ ਨਹੀਂ ਕਰ ਸਕਦੇ? ਬਿਲਕੁਲ ਠੀਕ। ਹਰ ਸਿੱਖ ਦੇ ਘਰ ਸ਼ਸਤਰ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਭੀੜ ਪੈਣ ਤੇ ਉਹ ਦੂਜਿਆਂ ਦੀ ਤੇ ਆਪਣੀ ਰੱਖਿਆ ਕਰ ਸਕੇ। पापा आओ चलिए। ਇਹ ਮੇਰਾ ਬੇਟਾ। ਤੁਸੀਂ? ਹਾਂ, ਮੈਂ ਇੱਕ ਰਿਟਾਇਰਡ ਕਰਨਲ ਹਾਂ। ਤੁਸੀਂ ਸਰਕਾਰੀ ਨੌਕਰੀ ਕਰਦੇ ਸੀ? ਮੈਂ ਸਰਕਾਰ ਦੀ ਨੌਕਰੀ ਪਹਿਲਾਂ ਕਰਦਾ ਸੀ, ਹੁਣ ਸੱਚੀ ਸਰਕਾਰ ਦੀ ਨੌਕਰੀ ਕਰਦਾ। ਬਾਬਾ ਜੀ, ਇਹਦਾ ਮਤਲਬ ਹੁਣ ਤੁਸੀਂ ਜਾ ਰਹੇ ਹੋ? ਮੈਂ ਨਹੀਂ ਜਾ ਰਿਹਾ, ਤੁਸੀਂ ਸੰਭਾਲਣ ਦੇ ਯੋਗ ਹੋ ਗਏ ਹੋ। ਵੈਸੇ ਵੀ ਇੱਕ ਸਿਪਾਹੀ ਦਾ ਕੰਮ ਹੁੰਦਾ ਇੱਕ ਮੋਰਚਾ ਫਤਿਹ ਕਰਕੇ ਦੂਜੇ ਮੋਰਚੇ ਵੱਲ ਨੂੰ ਚਾਲੇ ਪਾ ਦੇਣੇ। ਚੰਗਾ ਭਾਈ ਮੁੰਡਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਮਸਾ ਤਾਂ ਪਿੰਡ ਜਾ ਗਿਆ ਤੇ ਤੁਸੀਂ ਛੱਡ ਕੇ ਜਾ ਰਹੇ ਹੋ। ਦਰਸ਼ਨ ਸਿਆ, ਹਲੇ ਤਾਂ ਸਿਰਫ ਇੱਕ ਪਿੰਡ ਜਾ ਗਿਆ, ਅਸੀਂ ਤਾਂ ਪੂਰਾ ਪੰਜਾਬ ਜਗਾਉਣਾ ਹੈ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। की गल बड़े खुश लग रहे हो? ਕੌਮ ਜਾਗ ਰਹੀ ਹੈ। ਕੁਝ ਬੱਦਲਾਂ ਨੇ ਸੂਰਜ ਨੂੰ ਢੱਕ ਦਿੱਤਾ ਸੀਗਾ, ਹੁਣ ਸੂਰਜ ਬੱਦਲਾਂ ਨੂੰ ਚੀਰਦਾ ਹੋਇਆ ਬਾਹਰ ਆ ਰਿਹਾ। ਜਿਨ੍ਹਾਂ ਕੌਮਾਂ ਦੇ ਨੌਜਵਾਨ ਜਾਗ ਜਾਣ, ਉਹ ਕੌਮਾਂ ਵੀ ਜਾਗ ਜਾਂਦੀਆਂ ਨੇ। ਬਸ ਇਹ ਸਿਲਸਿਲਾ ਰੁਕੇ ਨਾ, ਵਾਹਿਗੁਰੂ ਕਿਰਪਾ ਕਰੇ ਨੌਜਵਾਨ ਕੌਮ ਦੀ ਵਾਗਡੋਰ ਸਾਂਭ ਲੈਣ। ਜੀ ਬਿਲकुल। लो तुसी जूस पियो। अच्छा। हेलो। हाँ भाई सुखदेव सिंह, की हाल चाल है? ओ हाल कादा जनाब, असी तो लुट्टे गए। ओ की हो गया? होना की है एमएलए साहब, पिंड च नवे मुंडियां दी कमेटी बन गई। फिर की जनाब, गोलक तो गई इथों ते गुरुद्वारे दा प्रधान बन के बैठ गया कल दा छोर। ओ कोई गल नहीं, तू टेंशन ना ले, मैं हैगा ना। करते हैं उदा भी कोई जुगाड़। ਇਹ ਬਣਿਆ ਫਿਰਦਾ ਵੱਡਾ ਜਥੇਦਾਰ, ਕਹਿੰਦਾ ਮੈਂ ਬਦਲਾ ਲਿਆਉਣਾ ਚਾਹੁੰਨਾ। ਓਏ
ਅਸੀਂ ਤਾਂ ਹਰਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਦੀ ਮਰਿਆਦਾ ਨਹੀਂ ਲਾਗੂ ਹੋਣ ਦਿੱਤੀ ਤੇ ਓਏ ਤੂੰ ਉਹੀ ਮਰਿਆਦਾ ਗੁਰਦੁਆਰਿਆਂ ਤੇ ਡੇਰਿਆਂ ਵਿੱਚ ਲਾਗੂ ਕਰਵਾਉਣ ਨੂੰ ਫਿਰਦਾ। ਓਏ ਪੰਥ ਵਿੱਚ ਪਹਿਲਾਂ ਥੋੜੇ ਮੁੱਦੇ ਨੇ ਜਿਹੜਾ ਤੂੰ ਇਹ ਨਵਾਂ ਭਗਤਾਂ ਵਾਲਾ ਮੁੱਦਾ ਖੜਾ ਕਰਨ ਲੱਗਾ। ਨਾ ਇਹਦੇ ਚ ਗਲਤ ਵੀ ਕੀ ਆ? ਗੁਰਬਾਣੀ ਪਰਾਏ ਹੱਕ ਨੂੰ ਹਰਾਮ ਕਹਿੰਦੀ ਹੈ ਤੇ ਤੁਸੀਂ ਭਗਤਾਂ ਦਾ ਹੱਕ ਖਾਈ ਜਾਂਦੇ ਹੋ, ਉਹਨਾਂ ਨਾਲ ਵੀ ਵਿਤਕਰਾ। ਨਾਲੇ ਮੁੱਦਿਆਂ ਵੱਲੋਂ ਅੱਖਾਂ ਮੀਚੀਆਂ ਮੁੱਦੇ ਸੁਲਝਦੇ ਨਹੀਂ, ਉਲਝਦੇ ਨੇ ਨਾ। ਜੇ ਉਦੋਂ ਇਹਨਾਂ ਮੁੱਦਿਆਂ ਨੂੰ ਸੁਲਝਾਇਆ ਹੁੰਦਾ ਤਾਂ 84 ਦੇ ਵਿੱਚ ਸਾਡਾ ਇੰਨਾ ਨੁਕਸਾਨ ਨਾ ਹੁੰਦਾ। ਇਹ ਲੋਕ ਸਾਡੇ ਵਿਰੁੱਧ ਲੜਨ ਦੀ ਬਜਾਏ ਸਾਡੇ ਨਾਲ ਖੜਦੇ। ਹਲੇ ਵੀ ਸਾਨੂੰ ਆਪਣੀ ਮਰਿਆਦਾ ਇੱਕ ਕਰਨੀ ਚਾਹੀਦੀ ਹੈ ਤਾਂ ਜੋ ਸਾਰੀ ਕੌਮ ਇਕੱਠੀ ਹੋ ਸਕੇ। ਓਏ ਹੁਣ ਹਰ ਇੱਕ ਡੇਰੇ ਦੀ, ਹਰ ਇੱਕ ਗੁਰਦੁਆਰੇ ਦੀ ਆਪੋ ਆਪਣੀ ਵੱਖੋ ਵੱਖਰੀ ਮਰਿਆਦਾ ਹੈ। ਕਿਨੂੰ ਬਦਲੇਗਾ ਤੂੰ? ਕਿਨੂੰ ਬਦਲੇਗਾ ਤੂੰ?